ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਅੱਗੇ ਸਿਆਸੀ ਮਾਹਰ ਡਾਕਟਰ ਕੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਜੀ ਸੁਖਵਿੰਦਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਜਿਹੜਾ ਬਜਟ ਇਜਲਾਸ ਚੱਲ ਰਿਹਾ ਉੱਥੋਂ ਸ਼ੁਰੂਆਤ ਕਰਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵਿਚਾਲੇ ਕਾਫੀ ਜਿਹੜਾ ਉਹ ਬਹਿਸ ਜਿਹੜੀ ਸੁਣਨ ਨੂੰ ਮਿਲੀ ਹੈ। ਭ੍ਰਿਸ਼ਟਾਚਾਰ ਦਾ ਮੁੱਦਾ ਜਾਂ ਪੰਜਾਬ ਦੇ ਲਾਅ ਐਂਡ ਆਰਡਰ ਦੀ ਸਥਿਤੀ, ਅੰਮ੍ਰਿਤਪਾਲ ਦੀ ਗੱਲ ਹੋਈ ਜਾਂ ਉੱਥੇ CBI ਤੱਕ ਦਾ ਜ਼ਿਕਰ ਹੋਇਆ ਕਿ ਦਿੱਲੀੋਂ ਜਿਹੜੀ CBI ਸ਼ਰਾਬ ਘੁਟਾਲੇ 'ਚ ਲੱਗੀ ਹੈ ਉਹਨੇ ਪੰਜਾਬ ਵੀ ਆਉਣਾ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਅਲਰਟ ਕੀਤਾ ਗਿਆ। ਹੋਰ ਵੀ ਜੋ ਗੱਲਬਾਤ ਹੋਈ ਹੈ, ਸੁਖਪਾਲ ਖਹਿਰਾ ਹੋਰਾਂ ਨੇ ਜਿਹੜਾ ਉੱਥੇ ਮੁੱਦਾ ਚੁੱਕਿਆ ਲਵਲੀ ਯੂਨੀਵਰਸਿਟੀ ਵਾਲਾ, ਉਹਦੇ ਉੱਤੇ ਵੀ ਗੱਲਬਾਤ ਕਿ ਉਹਨਾਂ ਦੇ ਖਿਲਾਫ ਉਸ ਜਿਹੜੇ ਉੱਥੋਂ ਦੇ ਮਾਲਕ ਨੇ, ਉਹ ਰਾਜ ਸਭਾ ਮੈਂਬਰ ਨੇ ਆਮ ਆਦਮੀ ਪਾਰਟੀ ਦੇ, ਜ਼ਮੀਨ ਦਾ ਮਸਲਾ ਆ, ਪਿੰਡ ਦੀ ਜ਼ਮੀਨ ਦਾ, ਕਹਿੰਦੇ ਉਹਨੂੰ ਲੈ ਕੇ ਕੀ ਕੀਤਾ ਜਾ ਰਿਹਾ, ਜਾਂ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਪਾਰਟੀ ਕੀ ਕਰ ਰਹੀ ਹੈ, ਜਾਂ ਆਮ ਆਦਮੀ ਪਾਰਟੀ ਨੇ ਰੇਤੇ ਦੇ ਮਸਲੇ ਦੇ ਉੱਤੇ ਜਿਹੜਾ ਸਸਤਾ ਰੇਤੇ ਦੀ ਗੱਲ ਕਰਦੇ ਸੀ ਤੇ ਉਹ ਤੋਂ ਇਨਕਮ ਦੀ ਵੀ ਗੱਲ ਕਰਦੇ ਸੀ, ਉਹ 'ਚ ਕੀ ਕੀਤਾ, ਹਿਸਾਬ ਕਿਤਾਬ ਮੰਗਿਆ ਜਾ ਰਿਹਾ। ਪਰ ਜਿਹੜੀ ਹੈ ਉਹ ਰੌਲੇ ਰੱਪੇ ਵਾਲੀ ਜ਼ਿਆਦਾ ਨਜ਼ਰ ਆਈ। ਉਹਦੇ ਵਿੱਚ ਮੁੱਦੇ ਜਿਹੜੇ ਨੇ ਜਾਂ ਮੁੱਦਿਆਂ ਦੇ ਉੱਤੇ ਚਰਚਾ ਜਿਹੜੀ ਹੈ ਉਹ ਘੱਟ ਕੀਤੀ ਗਈ ਹੈ। ਬਿਲਕੁਲ ਤੁਸੀਂ ਸੁਖਵਿੰਦਰ ਜੀ ਠੀਕ ਕਹਿ ਰਹੇ ਹੋ। ਮੈਂ ਸੁਣ ਰਿਹਾ ਸੀਗਾ ਉਹ ਜਿਹੜੀ ਡਿਬੇਟ ਹੈ ਉਹਨਾਂ ਦੀ। ਬਾਜਵਾ ਸਾਹਿਬ ਨੇ ਪਹਿਲਾਂ ਜਿਹੜੇ ਪੁਆਇੰਟ ਮੇਕ ਆਊਟ ਕੀਤੇ, ਮੇਰੇ ਮੁਤਾਬਕ ਉਹ ਇੱਕ ਹੰਢੇ ਹੋਏ ਤੇ ਬਹੁਤ ਹੀ ਸੁਲਝੇ ਹੋਏ ਸਿਆਸਤਦਾਨ ਵੱਲੋਂ ਜੋ ਸਪੀਚ ਹੁੰਦੀ ਹੈ ਉਹ ਉਸ ਤਰ੍ਹਾਂ ਦੀ ਸਪੀਚ ਸੀ। ਮੈਨੂੰ ਬਹੁਤ ਅੱਛੀ ਲੱਗੀ ਉਹਨਾਂ ਨੇ ਜਿਸ ਢੰਗ ਨਾਲ ਔਰ ਜਿਹੜੇ ਮੁੱਦੇ ਉਹਨਾਂ ਨੇ ਉਠਾਏ ਉਹ ਸਾਰੇ ਹੀ ਪੰਜਾਬ ਵਾਸਤੇ ਬੜੇ ਉਚਿਤ ਸੀਗੇ ਔਰ ਪੰਜਾਬ ਦੇ ਹਿੱਤ ਵਿੱਚ ਸੀਗੇ। ਔਰ ਮੇਰੇ ਮੁਤਾਬਕ ਉਹ ਠੀਕ ਰਾਏ ਗਵਰਨਮੈਂਟ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਜਾਬ ਦੀ ਇਕੋਨਮੀ ਨੂੰ ਠੀਕ ਰਾਹਾਂ ਤੇ ਤੋਰਨ ਵਾਸਤੇ ਔਰ ਪੰਜਾਬ ਦੇ ਫੈਡਰਲ ਢਾਂਚੇ ਵਾਸਤੇ ਜਿਹੜੀਆਂ ਮੁਸ਼ਕਲਾਂ ਖੜੀਆਂ ਕੀਤੀਆਂ ਜਾ ਰਹੀਆਂ ਉਹਨਾਂ ਤੋਂ ਉਹਨਾਂ ਨੇ ਆਗਾਹ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਲੱਗਦਾ ਹੈ ਕਿ ਬਹੁਤ ਹੀ ਸੁਚੱਜੇ ਢੰਗ ਨਾਲ ਉਹਨਾਂ ਨੇ ਪੁਆਇੰਟ ਮੇਕ ਆਊਟ ਕੀਤੇ। ਜਿਹੜੀਆਂ 3-4 ਗੱਲਾਂ ਮੈਨੂੰ ਬਹੁਤ ਅੱਛੀਆਂ ਲੱਗੀਆਂ ਨਾ ਸੁਖਵਿੰਦਰ ਜੀ, ਬਾਜਵਾ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ ਦਿੱਤੀਆਂ ਆਪਣੀ ਐਜ਼ ਲੀਡਰ ਆਫ ਆਪੋਜੀਸ਼ਨ। ਪਹਿਲੀ ਗੱਲ ਤੇ ਉਹਨਾਂ ਨੇ ਜਿਹੜੀ ਕਹੀ ਨਾ ਉਹ ਮੇਰੇ ਲਈ ਬਹੁਤ ਹੀ ਮਾਨੀਖੇਜ਼ ਹੈ। ਉਹ ਇਹ ਹੈ ਕਿ ਜਿਹੜਾ ਪੰਜਾਬ ਦੀ ਜਿਹੜੀ ਆਰਥਿਕ ਅਵਸਥਾ ਸਾਡੀ ਹੈ, ਫਾਈਨੈਂਸ਼ੀਅਲ ਪੋਜੀਸ਼ਨ ਹੈ, ਇਹ ਸਾਡੇ ਉੱਪਰ ਕਰਜ਼ੇ ਦੀ ਪੰਡ ਬੜੀ ਹੈ ਔਰ ਉਹ ਤੁਸੀਂ ਜਿਸ ਕਿਸਮ ਦੀਆਂ ਨੀਤੀਆਂ ਤੁਸੀਂ ਅਡਾਪਟ ਕਰ ਰਹੇ ਹੋ ਕਰਜ਼ੇ ਦੀ ਪੰਡ ਭਾਰੀ ਹੋ ਜਾਣੀ ਹੈ ਤੇ ਉਹਦਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰੀਏ ਤੇ ਹੱਲ ਉਹਨਾਂ ਨੇ ਪ੍ਰੈਕਟੀਕਲ ਸੁਝਾਉਣ ਦੀ ਕੋਸ਼ਿਸ਼ ਵੀ ਕੀਤੀ। ਇੱਕ ਤੇ ਇਹ ਸੀ ਕਿ ਜਿਹਨੂੰ ਆਪਾਂ ਅਟਾਰੀ ਵਾਲਾ ਬਾਰਡਰ ਹੈ ਨਾ ਜੀ, ਇਹ ਟ੍ਰੇਡ ਖੋਲਣ ਦੀ ਲੋੜ ਤੇ ਉਹਨਾਂ ਨੂੰ ਬਹੁਤ ਜ਼ੋਰ ਦਿੱਤਾ ਔਰ ਉਹ ਮੈਨੂੰ ਲੱਗਦਾ ਇਹ ਹੈ ਕਿ ਸਾਰੇ ਹੀ ਜਿਹੜੇ ਸਹੀ ਸੋਚ ਵਾਲੇ ਵਿਦਵਾਨ ਹਨ, ਸਿਆਸਤਦਾਨ ਹਨ ਤੇ ਆਮ ਲੋਕ ਵੀ ਹਨ, ਆਰਥਿਕ ਜਾਣਕਾਰ ਵੀ ਹਨ, ਆਰਥਿਕ ਸ਼ਾਸਤਰ ਦੇ, ਅਰਥ ਸ਼ਾਸਤਰ ਦੇ, ਉਹਨਾਂ ਸਾਰਿਆਂ ਦਾ ਇਹ ਹੈ ਕਿ ਇਹ ਟ੍ਰੇਡ ਖੁੱਲਣ ਨਾਲ ਉਹ ਪੰਜਾਬ ਦੀ ਇਕੋਨਮੀ ਨੂੰ ਬਹੁਤ ਵੱਡਾ ਹੁਲਾਰਾ ਮਿਲੇਗਾ। ਪਰ ਬਦਕਿਸਮਤੀ ਇਹ ਹੈ ਕਿ ਆਪਾਂ ਨੂੰ ਪਤਾ ਹੀ ਹੈ ਕਿ ਬਹੁਤ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਭਗਵੰਤ ਮਾਨ ਹੋਣਾ ਦਾ ਜੀ ਸਟੇਟਮੈਂਟ ਆਈ ਸੀ ਨਾ ਜੀ ਅਟਾਰੀ ਬਾਰਡਰ ਖੋਲਣ ਬਾਰੇ ਐਂਡ ਆਲ ਦੈਟ, ਤੇ ਉਹਨਾਂ ਨੇ ਇਹਨੇ ਵੀ ਇਹ ਸੈਂਟਰ ਦਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ ਸੀ ਕਿ ਉਹਦਾ ਟੈਰਰਿਜ਼ਮ ਬੜਾ ਹੈ ਤੇ ਬਾਰਡਰ ਖੋਲਣ ਨਾਲ ਇਹ ਪ੍ਰੋਬਲਮਸ ਹੋਣੀਆਂ। ਉਹਨਾਂ ਦਾ ਉਹ ਪੈਂਤੜਾ ਜਦੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਨਾ ਕਿ ਜਦੋਂ ਆਪਣੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਇਹੀ ਪੋਜੀਸ਼ਨ ਲੈਂਦੇ ਸੀਗੇ ਕਿ ਜੀ ਉਹ ਪਾਕਿਸਤਾਨ ਨਾਲ ਟ੍ਰੇਡ ਖੋਲਣ ਦਾ ਮਤਲਬ ਇਹ ਹੈ ਕਿ ਉਧਰੋਂ ਜਿਹੜਾ ਹੈ ਟੈਰਰਿਜ਼ਮ ਨੂੰ ਬੜਾਵਾ ਮਿਲ ਸਕਦਾ ਹੈ ਤੇ ਇਹ ਉਹਨਾਂ ਨੇ ਵੀ ਇਹਨੇ ਵੀ ਉਸ ਗੱਲ ਪ੍ਰਤੀ ਸੁਝਾਅ ਪ੍ਰਤੀ ਨੈਗੇਟਿਵ ਉਹਨਾਂ ਦੀ ਅਪਰੋਚ ਸੀ। ਐਗਜ਼ੈਕਟਲੀ ਇਹੋ ਜਿਹੀ ਹੀ ਅਪਰੋਚ ਇਹਨਾਂ ਨੇ ਭਗਵੰਤ ਮਾਨ ਹੋਣਾ ਦੇ ਲਈ। ਮੈਨੂੰ ਇਹ ਗੱਲ ਬਿਲਕੁਲ ਸਮਝ ਨਹੀਂ ਆਈ। ਉਹ ਤੇ ਚਲੋ ਫੌਜੀ ਬੈਕਗਰਾਊਂਡ ਸੀ, ਉਹਨਾਂ ਦੀ ਜਸਟੀਫਿਕੇਸ਼ਨ ਇਹ ਹੋ ਸਕਦੀ ਹੈ, ਪਰ ਅੰਦਰ ਖਾਤੇ ਉਹਨਾਂ ਦੀ ਕੇਂਦਰ ਦੇ ਨਾਲ ਕਿਸ ਕਿਸਮ ਦੀ ਸਾਂਠ ਗਾਂਠ ਸੀ ਜਾਂ ਉਹਨਾਂ ਦੀ ਕਿਸ ਕਿਸਮ ਦਾ ਲੈਣ ਦੇਣ ਸੀ ਉਹ ਵੀ ਪਿਛੋਕੜ ਵਿੱਚ ਸੀਗੀ। ਚਾਹੇ ਬਹਾਨਾ ਉਹਨਾਂ ਦਾ ਇਹੀ ਹੁੰਦਾ ਸੀ ਕਿ ਮੈਂ ਫੌਜੀ ਬੈਕਗਰਾਊਂਡ ਹੈਗੀ ਤੇ ਮੈਂ ਇਹੋ ਜਿਹਾ ਖਤਰਾ ਮੁੱਲ ਨਹੀਂ ਲੈਣਾ ਚਾਹੁੰਦਾ। ਮੇਰੇ ਮੁਤਾਬਕ ਇਹ ਗੱਲ ਠੀਕ ਨਹੀਂ ਹੈ ਦਲੀਲ ਸੁਖਵਿੰਦਰ ਜੀ। ਦੇਖੋ ਆਪਣੀ ਲੜਾਈ ਚੀਨ ਦੇ ਨਾਲ ਵੀ ਹੈ ਨਾ ਜੀ,
ਉੱਥੇ ਬਾਰਡਰ ਵਾਰ ਹੈ ਆਪਣੀ, ਅਜੇ ਵੀ ਚੱਲ ਰਿਹਾ ਹੋਇਆ ਪੰਗਾ ਉਹਨਾਂ ਦੇ ਨਾਲ। ਵੱਖ-ਵੱਖ ਜਿਹੜੇ ਬਾਰਡਰ ਹੈਗੇ ਨੇ, ਚਾਹੇ ਈਸਟ ਦੇ ਵਿੱਚ ਹੋਵੇ, ਨਾਰਥ ਈਸਟ 'ਚ ਹੋਵੇ, ਤੇ ਚਾਹੇ ਸਾਡੇ ਆਪਣਾ ਇੱਥੇ ਹਿਮਾਚਲ 'ਚ ਹੋਵੇ, ਉਹ ਪੰਗਾ ਸਾਡਾ ਅਜੇ ਚੱਕ ਹੈਗਾ, ਚੱਲ ਰਿਹਾ, ਰਿਜ਼ੋਲਵ ਨਹੀਂ ਹੋਇਆ। ਪਰ ਇਹਦੇ ਬਾਵਜੂਦ ਚੀਨ ਦੇ ਨਾਲ ਦੇਖੋ ਸਾਡੀ ਟ੍ਰੇਡ ਜਿਹੜੀ ਹੈਗੀ ਆ ਸੁਖਵਿੰਦਰ ਜੀ, ਉਹ ਅਜੇ ਵੀ ਵਾਧੂ ਹੈ, ਵੱਧ ਰਹੀ, ਉਹ 'ਚ ਕਿਸੇ ਕਿਸਮ ਦਾ ਕੋਈ ਘਾਟਾ ਨਹੀਂ ਹੈ। ਤਾਂ ਇਹ ਦਲੀਲ ਦਿੱਤੀ ਜਾਣੀ ਜਿਹੜੀ ਆ, ਇੱਕ ਪਾਸੇ ਤੇ ਸਿਰਫ ਇਹ ਆਪਾਂ ਕਹਿੰਦੇ ਆ ਕਿ ਕੋਈ ਵਾਰ ਵਾਲੀ ਸਥਿਤੀ ਨਹੀਂ ਹੈਗੀ, ਉਧਰ ਤੇ ਸਾਡੀ ਵਾਰ ਵਾਲੀ ਸਥਿਤੀ ਹੈ, ਜਿੱਥੇ ਫੌਜਾਂ ਭਿੜਦੀਆਂ ਵੀ ਰਹਿੰਦੀਆਂ ਨੇ, ਤੇ ਇਹਦੇ ਬਾਵਜੂਦ ਆਪਾਂ ਉਹਨਾਂ ਨਾਲ ਇਹ ਟ੍ਰੇਡ ਵਧਾ ਰਹੇ ਹੋਏ ਆ। ਤੇ ਪਾਕਿਸਤਾਨ ਨਾਲ ਇਹ ਨਾ ਕਰਨੀ, ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਆਰਗੂਮੈਂਟ ਭਗਵੰਤ ਮਾਨ ਉਹਨਾਂ ਨੇ ਦਿੱਤੀ ਸੀ, ਇਹ ਮੇਰੀ ਸਮਝ 'ਚ ਨਹੀਂ ਆਈ। ਵੀ ਉਹਨਾਂ ਨੇ ਸ਼ਾਇਦ ਉਹ ਸਿਆਸੀ ਪੈਂਤੜੇ ਤੋਂ ਹੀ ਹੋਣੀ ਹੈ। ਜਿਸ ਤਰ੍ਹਾਂ ਦੀ ਮੇਰੀ ਸਮਝ ਹੈ, ਉਹ ਇਹ ਸਿਆਸੀ ਪੈਂਤੜਾ ਇਹੀ ਹੈ ਕਿ ਕੇਜਰੀਵਾਲ ਸਾਹਿਬ ਕਿਸੇ ਵੀ ਤਰ੍ਹਾਂ ਦਾ ਕੋਈ ਦੂਸ਼ਣ ਆਪਣੇ ਉੱਪਰ ਨਹੀਂ ਲੈਣਾ ਚਾਹੁੰਦੇ, ਜਿਹੜੇ ਬੀਜੇਪੀ ਦੀ ਸਰਕਾਰ ਉਹਨਾਂ ਤੇ ਲਾ ਸਕੇ, ਕਿ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹਨ। ਯਾਨੀ ਕਿ ਆਪਾਂ ਅੱਗੇ ਵੀ ਕਈ ਵਾਰ ਗੱਲ ਕੀਤੀ ਹੈ ਕਿ ਬੀਜੇਪੀ ਦੀ ਅਪਰੋਚ ਜਿਹੜੀ ਹੈਗੀ ਹੈ, ਉਹਦੇ ਨਾਲ ਮਿਲਦੀ ਜੁਲਦੀ ਅਪਰੋਚ ਜਿਹੜੀ ਹੈਗੀ ਉਹ ਕੇਜਰੀਵਾਲ ਸਾਹਿਬ ਲੈ ਲੈਂਦੇ ਇਹਨਾਂ ਮਾਮਲਿਆਂ ਵਿੱਚ। ਤੇ ਜਦੋਂ ਭਗਵੰਤ ਮਾਨ ਹੋਣਾ ਨੇ ਇਹ ਪੋਜੀਸ਼ਨ ਲਈ ਹੈ ਨਾ ਜੀ, ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਆਪਣੀ ਸੋਚ ਨਹੀਂ ਲੱਗਦੀ, ਉਹ ਕੇਜਰੀਵਾਲ ਸਾਹਿਬ ਤੋਂ ਸੇਧਤ ਲੱਗਦੀ ਹੈ, ਤੇ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ ਅਪਰੋਚ। ਪੰਜਾਬ ਦੇ ਹਿੱਤ ਵਿੱਚ ਜੋ ਬਾਜਵਾ ਸਾਹਿਬ ਗੱਲ ਕਹਿ ਰਹੇ ਸੀਗੇ, ਉਸ ਦਿਸ਼ਾ ਵਿੱਚ ਤੁਰਨ ਦੀ ਲੋੜ ਹੈ। ਔਰ ਮੇਰੇ ਮੁਤਾਬਕ ਠੀਕ ਰਾਏ ਦਿੱਤੀ ਗਈ ਕਿ ਇੱਥੇ ਸਾਰੀਆਂ ਪਾਰਟੀਆਂ ਦਾ ਸਾਨੂੰ ਇਕੱਠ ਕਰਨਾ ਚਾਹੀਦਾ ਹੈ, ਆਲ ਪਾਰਟੀ ਮੀਟਿੰਗ ਬੁਲਾ ਕੇ ਇੱਕ ਪੰਜਾਬ ਦੀ ਪਹੁੰਚ ਬਣਾਉਣੀ ਚਾਹੀਦੀ, ਜਿਹੜੀ ਪੰਜਾਬ ਦੇ ਹਿੱਤ ਵਿੱਚ ਹੋਏ, ਔਰ ਉਹਨੂੰ ਪਰਸੂ ਕਰਨਾ ਚਾਹੀਦਾ ਕੇਂਦਰ ਨਾਲ, ਤੇ ਤਾਂ ਬਾਰਡਰ ਖੁੱਲ੍ਹਣ ਨਾਲ ਸਾਡੀ ਇਕਨੋਮੀ ਨੂੰ ਹੁਲਾਰਾ ਮਿਲ ਸਕਦਾ। ਇਹ ਪੁਆਇੰਟ ਮੈਨੂੰ ਪਹਿਲਾ ਤੇ ਨੁਕਤਾ ਇਹ ਬਹੁਤ ਅੱਛਾ ਲੱਗਿਆ ਸੁਖਵਿੰਦਰ ਜੀ। ਦੂਜਾ ਜਿਹੜਾ ਉਹਨਾਂ ਨੇ ਨੁਕਤਾ ਲਿਆ ਨਾ, ਉਹ ਵੀ ਬਹੁਤ ਅੱਛਾ ਮੈਨੂੰ ਲੱਗਿਆ, ਜਿਹੜਾ ਮੈਨੂੰ ਅੱਜ ਬਹੁਤ ਪ੍ਰਭਾਵਿਤ ਹੋਇਆ ਉਹਨਾਂ ਦੀ ਸਪੀਚ ਤੋਂ ਮੈਂ। ਹਾਲਾਂਕਿ ਮੈਨੂੰ ਪਤਾ ਹੈ ਕਿ ਪੋਲੀਟੀਕਲ ਐਂਗਲ ਹਰ ਪਾਰਟੀ ਦਾ ਹੁੰਦਾ, ਪਰ ਜਿਹੜੇ ਪੁਆਇੰਟ ਉਹਨਾਂ ਨੇ ਮੇਕ ਆਊਟ ਕੀਤੇ ਮੈਨੂੰ ਅੱਛਾ ਲੱਗਿਆ। ਦੂਜਾ ਨੁਕਤਾ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ CRPF ਹੈ, ਹੋਰ ਕੇਂਦਰੀ ਬਲ ਹੈ, ਰਿਜ਼ਰਵ ਬਲ, ਜਿਹੜੇ ਤੁਸੀਂ ਉਹਨਾਂ ਨੂੰ ਆਪਾਂ ਬੁਲਾ ਲਿਆ ਹੋਇਆ। ਆਪਾਂ ਨੂੰ ਪਤਾ ਹੈ ਨਾ ਵੀ ਕਿਉਂਕਿ ਬੈਕਗਰਾਉਂਡ ਲਾ ਐਂਡ ਆਰਡਰ ਦੀ ਹੈ, ਹੋਲਾ ਮਹੱਲਾ ਹੈ, ਔਰ ਹੋਰ ਸਮੱਸਿਆਵਾਂ ਆਪਣੀਆਂ ਆਉਣੀਆਂ, ਤੇ ਅੰਮ੍ਰਿਤਪਾਲ ਹੋਣਾ ਦਾ ਵਰਤਾਰਾ ਜਿਹੜਾ ਹੈਗਾ, ਜੋ ਕੁਝ ਵੀ ਹੈ, ਵੀ ਇਹਦੇ ਪਿਛੋਕੜ ਵਿੱਚ ਤੇ ਜਿਹੜੀਆਂ ਹੁਣ ਉੱਥੋਂ ਇਹ 18 ਜਿਹੜੀਆਂ ਕੰਪਨੀਆਂ ਆਈਆਂ, ਤੇ ਹੋਰ ਵੀ ਭੇਜੀਆਂ ਜਾ ਸਕਦੀਆਂ ਜਾਂ ਮੰਗਾਈਆਂ ਜਾ ਸਕਦੀਆਂ, ਵੀ ਭਲਾ ਇਹ ਆਪਾਂ ਪਿਰਤ ਆਪਣੇ ਵੱਲੋਂ ਕਿਉਂ ਪਾ ਰਹੇ? ਕੇਂਦਰ ਤੇ ਚਲੋ ਕਰੇ, ਉਹ ਗੱਲ ਵੱਖਰੀ ਹੋ ਸਕਦੀ ਹੈ ਕਿ ਕੋਈ ਉਹਨਾਂ ਦੀ ਆਪਣੀ ਸਕੀਮ ਹੋਵੇ, ਉਹਦੇ ਤਹਿਤ ਉਹ ਕਰਨ। ਪਰ ਜਦੋਂ ਖੁਦ ਹੀ ਅਸੀਂ ਆਪਾਂ ਕਹਿੰਦੇ ਆ, ਆਪ ਬੈਲ ਬੁਝੇ ਮਾਰ, ਆਪਣੇ ਪੈਰ ਆਪ ਕੁਹਾੜਾ ਮਾਰ, ਇਹਨਾਂ ਦਾ ਖਰਚਾ ਫਿਰ ਆਪਣੇ ਉੱਪਰ ਨਹੀਂ ਪਏਗਾ ਸੁਖਵਿੰਦਰ। ਆਫਟਰ ਆਲ ਖਰਚਾ ਜਿਹੜਾ ਲਾ ਐਂਡ ਆਰਡਰ ਦਾ ਨਾ, ਇਹ ਸਾਡੀ ਹੈ ਨਾ ਜ਼ਿੰਮੇਵਾਰੀ। ਤੇ ਇਹ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜਦੋਂ ਅਸੀਂ ਕੇਂਦਰੀ ਫੋਰਸਿਸ ਦੀਆਂ ਅਸੀਂ ਸਹਾਇਤਾ ਲੈਣਾ ਚਾਹੁੰਦੇ ਹਾਂ ਸੁਖਵਿੰਦਰ ਜੀ, ਤੇ ਉਹਦਾ ਖਰਚਾ ਤਾਂ ਸਾਡੇ ਸਿਰ ਹੀ ਪਏਗਾ ਨਾ। ਮਤਲਬ ਭਾਵੇਂ ਥੋੜੇ ਦਿਨਾਂ ਨਹੀਂ ਅਸੀਂ ਬੁਲਾ ਰਹੇ, ਖਰਚਾ ਤਾਂ ਸਾਡੇ ਸਿਰ ਹੀ ਪਏਗਾ। ਸੋ ਮੈਨੂੰ ਲੱਗਦਾ ਇਹ ਪਿਰਤ ਮਾੜੀ ਹੈ, ਇਹ ਨਹੀਂ ਸੀ ਪਾਉਣੀ ਚਾਹੀਦੀ। ਸਾਡੀ ਪੁਲਿਸ ਜਿਹੜੀ ਫੋਰਸ ਹੈ, ਉਹਦੀ ਠੀਕ ਉਚਿਤ ਵਰਤੋਂ ਨਹੀਂ ਹੋ ਰਹੀ। ਔਰ ਮੈਂ ਬਿਲਕੁਲ ਇਸ ਗੱਲ ਦਾ ਵਿਸ਼ਵਾਸੀ ਹੈਗਾ ਕਿ ਸਾਡਾ ਪੁਲਿਸ ਬਲ ਜਿਹੜਾ ਹੈਗਾ, ਉਹ ਸਮਰੱਥ ਹੈ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ। ਇਹ ਪ੍ਰੋਬਲਮਸ ਨੂੰ ਬੜੀ ਅੱਛੀ ਤਰ੍ਹਾਂ ਫੇਸ ਕਰ ਸਕਦੇ ਆ। ਸਿਰਫ ਤੇ ਸਿਰਫ ਇਹ ਹੈ ਕਿ ਉਹਨਾਂ ਨੂੰ ਜਿੰਨੀ ਕੁ ਰਾਜਨੀਤਿਕ ਥਾਪੜਾ ਦੇਣ ਦੀ ਲੋੜ ਹੈ, ਜਿੰਨੀ ਕੁ ਹਲਾਸ਼ੇਰੀ ਦੇਣ ਦੀ ਲੋੜ ਹੈ, ਉਹ ਨਹੀਂ ਉਹਨਾਂ ਨੂੰ ਮਿਲ ਰਹੀ। ਉਹਨਾਂ ਨੂੰ ਯਕੀਨ ਦਹਾਨੀ ਨਹੀਂ ਹੋ ਰਹੀ। ਜੇ ਹੋ ਜਾਏ ਤੇ ਮੈਨੂੰ ਲੱਗਦਾ ਕੇਂਦਰੀ ਬਲਾਂ ਦੀ ਲੋੜ ਸੁਖਵਿੰਦਰ ਜੀ ਮੇਰੇ ਮੁਤਾਬਕ ਨਹੀਂ। ਔਰ ਇਹ ਵੀ ਬਾਜਵਾ ਸਾਹਿਬ ਦਾ ਨੁਕਤਾ ਮੈਨੂੰ ਠੀਕ ਲੱਗਿਆ। ਤੀਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਨਾ ਜੀ, ਕਿ ਅਜਨਾਲਾ ਸਾਹਿਬ ਦਾ ਜਿਹੜੇ ਅਜਨਾਲਾ ਜੋ ਕੁਝ ਵੀ ਹੋਇਆ ਉੱਥੇ ਆਪਣਾ ਵਰਤਾਰਾ ਹੋਇਆ, ਅੰਮ੍ਰਿਤਪਾਲ ਹੋਣਾ ਦੇ ਉੱਥੇ ਜਾਣ ਕਰਕੇ ਜਿਸ ਕਿਸਮ ਦਾ ਵਰਤਾਰਾ ਉਹ ਹੋਇਆ, ਜਿਸ ਢੰਗ ਨਾਲ ਉਹ ਟੈਕਲ ਕੀਤਾ ਗਿਆ, ਉਹ ਬਿਲਕੁਲ ਹੀ ਰਾਜ ਵਾਸਤੇ, ਪੰਜਾਬ ਦੀ ਸਰਕਾਰ ਵਾਸਤੇ, ਪੰਜਾਬ ਦੇ ਤੰਤਰ ਵਾਸਤੇ, ਪੰਜਾਬ ਦੀ ਪੁਲਿਸ ਵਾਸਤੇ ਉਹ ਨਮੋਸ਼ੀਜਨਕ ਸੀਗਾ। ਸੋ ਇਹੋ ਜਿਹੇ ਨੁਕਤੇ ਜਿਹੜੇ ਉਹਨਾਂ ਨੇ ਬਿਲਡ ਕੀਤੇ ਆ ਨਾ, ਮੈਨੂੰ ਲੱਗਦਾ ਕਿ ਉਹ ਬਹੁਤ ਅੱਛੇ ਸੀ। ਇਹ ਤੋਂ ਬਾਅਦ ਜਿਹੜੀਆਂ ਗੱਲਾਂ ਚੱਲੀਆਂ ਨਾ, ਜਿਹੜੀ ਨੋਕ ਝੋਂਕ ਜਿਹੜੀ ਆਪਾਂ ਦੇਖ ਰਹੇ ਸੀਗੇ, ਉਹ ਨੋਕ ਝੋਂਕ ਜਿਹੜੀ ਹੈ ਨਾ, ਉਹ ਪਾਰਟੀ ਪਰਸਪੈਕਟਿਵ ਤੋਂ, ਪਾਰਟੀ ਦੇ ਪੈਂਤੜੇ ਤੋਂ ਹੁੰਦੀ ਹੈ ਸੁਖਵਿੰਦਰ ਜੀ। ਆਪਾਂ ਨੂੰ ਪਤਾ ਹੈ ਕਿ ਕਾਂਗਰਸ ਕੋਈ ਦੁੱਧ ਧੋਤੀ ਤੇ ਹੈ ਨਹੀਂ। ਆਪਾਂ ਨੂੰ ਪਤਾ ਹੈ
ਵੀ ਜੇ ਕਾਂਗਰਸ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਇੱਕ ਪਾਸੇ ਉਹ ਅਡਾਨੀ ਨੂੰ ਭੰਡਣ ਤੇ ਲੱਗੀਆਂ ਹੋਈਆਂ, ਮੋਦੀ ਨੂੰ ਭੰਡਣ ਤੇ ਲੱਗੀਆਂ, ਦੂਜੇ ਪਾਸੇ ਉਹ ਅਡਾਨੀ ਨੂੰ ਫਾਇਦੇ ਦੇ ਰਹੀਆਂ, ਕਾਂਗਰਸ ਦੀਆਂ ਸਰਕਾਰਾਂ ਦੇ ਰਹੀਆਂ ਹੋਈਆਂ, ਇਹ ਨੁਕਤੇ ਬਿਲਕੁਲ ਠੀਕ ਹੈ। ਸੋ ਇਹ ਜਦੋਂ ਆਪਾਂ ਮਿਹਣੋ ਮਿਹਣੀ ਤੇ ਆ ਜਾਂਦੇ ਨੇ ਜੀ ਤੁਸੀਂ ਇਹ ਕਰਦੇ ਹੋ ਤੇ ਉਹ ਕਹਿੰਦਾ ਤੁਸੀਂ ਇਹ ਕਰਦੇ ਹੋ, ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹ ਸਿਆਸੀ ਪੈਂਤੜੇ ਤੋਂ ਹੁੰਦੀਆਂ। ਉਹ ਹਰ ਪਾਰਟੀ ਦੇ ਕੋਲ ਨੁਕਤੇ ਹੁੰਦੇ ਆ ਦੂਸਰੀ ਪਾਰਟੀ ਨੂੰ ਭੰਡਣ ਦੇ, ਦੂਸਰੀ ਪਾਰਟੀ ਦੇ ਨੁਕਸ ਕੱਢਣ ਦੇ, ਉਹ ਆਧਾਰ ਪਏ ਹੁੰਦੇ ਆ, ਉਹਨਾਂ ਆਧਾਰਾਂ ਨੂੰ ਤੁਸੀਂ ਲੈ ਸਕਦੇ ਹੋ। ਪਰ ਬਦਕਿਸਮਤੀ ਸੁਖਵਿੰਦਰ ਜੀ ਇਹ ਹੈ, ਇਹ ਭੰਡਣ ਭੰਡਾਉਣ ਦੀ ਜਿਹੜੀ ਗੱਲ ਹੈ ਨਾ, ਉਹਨੂੰ ਛੱਡ ਕੇ ਜਿਹਨੂੰ ਆਪਾਂ ਸੀਰੀਅਸ ਬਹਿਸ ਕਰਨ ਦੀ ਲੋੜ ਸੀ ਵੀ ਜਿਹੜੇ ਨੁਕਤੇ ਬਾਜਵਾ ਸਾਹਿਬ ਨੇ ਉਠਾਏ ਸੀਗੇ, ਉਹਨਾਂ ਨੁਕਤਿਆਂ ਤੇ ਜੇ ਬਹਿਸ ਹੋ ਜਾਂਦੀ ਤੇ ਉਹ ਠੀਕ ਸੀ। ਤੇ ਜੇ ਆਪਾਂ ਇਸੇ ਗੱਲ ਤੇ ਹੀ ਆ ਜਾਣਾ ਕਿ ਕਾਂਗਰਸੀ ਅਸੀਂ ਫੜ ਕੇ ਅੰਦਰ ਕੀਤੇ, ਬਾਕੀ ਰਹਿੰਦਿਆਂ ਨੂੰ ਵੀ ਅੰਦਰ ਕਰਾਂਗੇ, ਤੇ ਉਹਨਾਂ ਨੇ ਕਹਿਤਾ ਵੀ ਤੁਹਾਡੇ ਦਿੱਲੀ ਵਾਲੇ ਕੀ ਕਰ ਰਹੇ, ਦਿੱਲੀ ਤੁਹਾਡੇ ਫੇਸ ਕਰ ਰਹੇ, ਤੁਹਾਡੇ ਵੱਲ ਵੀ ਹੁਣ ਦਿੱਲੀ ਦੀਆਂ ਫੋਰਸਸ ਆ ਰਹੀਆਂ, ਤੁਸੀਂ ਵੀ ਤਿਆਰ ਹੋ ਜਾਓ। ਇਹ ਤੇ ਮਿਹਣੋ ਮਿਹਣੀ ਵਾਲੀ ਜਿਹੜੀ ਗੱਲ ਹੈ ਨਾ, ਵੀ ਇੱਕ ਦੂਜੇ ਦੇ ਨੁਕਸ ਕੱਢਣ ਦੀ ਜਿਹੜੀ ਗੱਲ ਹੈ, ਉਹ ਪਾਰਟੀਆਂ ਦਾ ਆਮ ਵਰਤਾਰਾ, ਉਹ ਕੋਈ ਨਵੀਂ ਗੱਲ ਨਹੀਂ। ਤੁਹਾਡੇ ਵਾਸਤੇ ਵੀ ਪੱਤਰਕਾਰ ਦੇ ਤੌਰ ਤੇ ਤੁਸੀਂ ਵੀ ਰੋਜ਼ ਦੇਖਦੇ ਹੋ ਕਿ ਜਦੋਂ ਇਸ ਤਰ੍ਹਾਂ ਦੇ ਬੁਲਾਰੇ ਪਾਰਟੀਆਂ ਦੇ ਬੋਲਦੇ ਆ ਤੇ ਉਹ ਇੱਕ ਦੂਸਰੇ ਦੇ ਨੁਕਸ ਕੱਢਦੇ, ਇੱਕ ਦੂਜੇ ਦੀ ਭੰਡੀ ਕਰਦੇ ਆ। ਇਹ ਆਮ ਜਿਹਾ ਪੋਲੀਟੀਕਲ ਵਰਤਾਰਾ ਹੈ। ਪਰ ਜਿਹੜੀ ਗੱਲ ਦੀ ਲੋੜ ਸੀ ਨਾ ਸੁਖਵਿੰਦਰ ਜੀ, ਜਿਹੜਾ ਨੁਕਤਾ ਤੁਸੀਂ ਉਠਾਇਆ, ਮੈਂ ਤੁਹਾਡੇ ਨਾਲ ਸਹਿਮਤ ਹੈ ਕਿ ਬਹੁਤ ਹੀ ਅੱਛੇ ਨੁਕਤੇ ਉਠਾਏ ਗਏ ਸੀ। ਉਹਨਾਂ ਬਾਰੇ ਉਸਾਰੂ ਪਹੁੰਚ ਅਡਾਪਟ ਕਰਨੀ ਚਾਹੀਦੀ ਸੀ, ਉਹਨਾਂ ਬਾਰੇ ਉਸਾਰੂ ਪਹੁੰਚ ਹੋਣੀ ਚਾਹੀਦੀ ਸੀ ਜੋ ਪੰਜਾਬ ਦੇ ਹਿੱਤ ਵਿੱਚ ਭੁਗਤਦੀ ਔਰ ਅਸੀਂ ਇੱਕ ਸਾਂਝੀ ਰਾਏ ਬਣਾ ਸਕਦੇ। ਸੁਖਵਿੰਦਰ ਜੀ, ਮੇਰੀ ਇਹਦੇ ਬਾਰੇ ਟਿੱਪਣੀ ਹੈ ਜੀ। ਸੁਖਵਿੰਦਰ ਜੀ। ਜੀ ਡਾਕਟਰ ਸਾਹਿਬ, ਇਹਦੇ ਨਾਲ ਜਦੋਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਗੱਲ ਉੱਠਦੀ ਹੈ ਤੇ ਆਮ ਆਦਮੀ ਪਾਰਟੀ ਦੇ ਅੰਦਰੋਂ ਵੀ ਉੱਠਦੀ ਰਹਿੰਦੀ ਹੈ। ਕੁੰਵਰ ਵਿਜੇ ਪ੍ਰਤਾਪ ਲਗਾਤਾਰ ਇਸ ਮਸਲੇ ਤੇ ਸਰਕਾਰ ਨੂੰ ਸੁਚੇਤ ਕਰਦੇ ਨੇ ਤੇ ਇਧਰੋਂ ਸੋਸ਼ਲ ਮੀਡੀਆ ਤੇ ਜਾਂ ਜਿਹੜੇ ਉਹਨਾਂ ਦੇ ਖੈਰ ਖੁਆਹ ਨੇ ਕੁੰਵਰ ਵਿਜੇ ਪ੍ਰਤਾਪ ਦੇ, ਉਹ ਕਹਿ ਦਿੰਦੇ ਨੇ ਕਿ ਕੁੰਵਰ ਸਾਹਿਬ ਨੂੰ ਜਿਹੜਾ ਪੰਜਾਬ ਦੀ ਪੁਲਿਸ ਦੀ ਜਾਂ ਗ੍ਰਹਿ ਮੰਤਰਾਲੇ ਦੀ ਜ਼ਿੰਮੇਵਾਰੀ ਦੇ ਦਿੱਤੀ ਜਾਵੇ, ਫਿਰ ਸਾਰੇ ਮਸਲੇ ਜਾਂ ਕਾਨੂੰਨ ਜਿਹੜਾ ਆ ਉਹ ਆਪਣੇ ਢੰਗ ਦੇ ਨਾਲ ਕੰਮ ਕਰੇਗਾ। ਪਰ ਅੱਜ ਦੀ ਘੜੀ ਜਿਹੜੀ ਗ੍ਰਹਿ ਮੰਤਰਾਲਾ ਉਹ ਮੁੱਖ ਮੰਤਰੀ ਸਾਹਿਬ ਦੇ ਅਧੀਨ ਹੈ ਤੇ ਜੋ ਕੁਝ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਵਾਪਰ ਰਿਹਾ ਜਾਂ ਜੋ ਕੁਝ ਪੰਜਾਬ ਦੀਆਂ ਸੜਕਾਂ ਤੇ ਵਾਪਰ ਰਿਹਾ ਲਾ ਐਂਡ ਆਰਡਰ ਨੂੰ ਲੈ ਕੇ, ਗੈਂਗਸਟਰ ਸਿੱਧੀਆਂ ਧਮਕੀਆਂ ਦੇ ਰਹੇ ਨੇ। ਮੂਸੇਵਾਲਾ ਦਾ ਪਰਿਵਾਰ ਜਿਹੜਾ ਆ ਉਹ ਵਿਚਾਰਾ ਤਰਲੇ ਕਰਦਾ ਨਜ਼ਰ ਆਉਂਦਾ। ਹੁਣ ਉਹਨਾਂ ਨੇ ਬਰਸੀ ਮਨਾਉਣੀ ਹੈ 18 ਮਾਰਚ ਨੂੰ। ਉਸ ਤੋਂ ਪਹਿਲਾਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਜੋ ਕੁਝ ਜੇਲ੍ਹਾਂ ਚੋਂ ਗੈਂਗਸਟਰਾਂ ਦੀਆਂ ਵੀਡੀਓ, ਗੈਂਗਸਟਰਾਂ ਵੱਲੋਂ ਇੱਕ ਦੂਜੇ ਦੇ ਨਾਲ ਗੈਂਗਵਾਰ ਕੀਤੀ ਜਾਂਦੀ ਹੈ, ਉਹ ਆਪਣੇ ਆਪ 'ਚ ਲੋਕਾਂ ਦੇ ਮਨਾਂ 'ਚ ਬਹੁਤ ਸਵਾਲ ਖੜੇ ਕਰਦੇ ਨੇ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਹਾਲਾਤਾਂ ਦੇ ਨਾਲ ਤੁਸੀਂ ਕਿਸ ਤਰ੍ਹਾਂ ਨਜਿੱਠੋਗੇ, ਕੀ ਰੋਡ ਮੈਪ ਹੈ ਤੁਹਾਡਾ? ਹਾਂ, ਇਹ ਜ਼ਰੂਰ ਕਹਿ ਸਕਦੇ ਨੇ ਇਹ ਕਿ ਮੁੱਖ ਮੰਤਰੀ ਹਰ ਥਾਂ ਤੇ ਮੌਜੂਦ ਨਹੀਂ ਹੋ ਸਕਦਾ, ਕਿਸੇ ਵਿਭਾਗ ਦਾ ਮੰਤਰੀ ਜਾਂ ਐਮਐਲਏ, ਉਹ ਕੰਮ ਤਾਂ ਉਹ ਸਿਰਫ ਅਫਸਰਸ਼ਾਹੀ ਜਾਂ ਉਸ ਕਾਰਜਕਾਰਨੀ ਨੇ ਕਰਨਾ ਹੈ ਜਿਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ। ਪਰ ਆਖਿਰਕਾਰ ਕਮਜ਼ੋਰੀ ਕਿੱਥੇ ਰਹਿ ਜਾਂਦੀ ਹੈ? ਜੇ ਭ੍ਰਿਸ਼ਟਾਚਾਰ ਦੀ ਵੀ ਗੱਲ ਕਰ ਲਓ, ਰਿਸ਼ਵਤਖੋਰੀ ਦੀ ਵੀ ਗੱਲ ਕਰ ਲਓ, ਕਮਜ਼ੋਰੀ ਕਿੱਥੇ ਰਹਿ ਜਾਂਦੀ ਹੈ ਕਿ ਉਹ ਡਰ, ਉਹ ਭੈ ਜਾਂ ਫਿਰ ਉਹ ਇੱਕ ਜ਼ਿੰਮੇਵਾਰੀ ਜਿਹੜੀ ਹੈ ਉਹਦਾ ਅਹਿਸਾਸ ਨਹੀਂ ਕੀਤਾ ਜਾਂਦਾ। ਸੁਖਵਿੰਦਰ ਜੀ, ਇਹਦੇ ਵਿੱਚ ਦੋ ਗੱਲਾਂ ਜਿਹੜੀਆਂ ਨੁਕਤੇ ਤੁਸੀਂ ਬਹੁਤ ਅਹਿਮ ਉਠਾਏ ਔਰ ਬਿਲਕੁਲ ਦੋਨੋਂ ਹੀ ਵਾਜਬ ਹੈ। ਪਹਿਲੀ ਗੱਲ ਜਿਹੜੀ ਤੁਸੀਂ ਕੁੰਵਰ ਵਿਜੇ ਪ੍ਰਤਾਪ ਵਾਲੀ ਗੱਲ ਕਰਦੇ ਹੋ, ਉਹ ਮੈਂ ਨਾ ਇੱਕ ਰਾਜਨੀਤਿਕ ਜਿਹੜੀ ਆਮ ਤੌਰ ਤੇ ਵਰਤਾਰਾ ਹੈ ਨਾ ਜੀ, ਉਹਦੇ ਅਨੁਸਾਰ ਉਹਨੂੰ ਸਮਝਿਆ ਜਾ ਸਕਦਾ। ਉਹ ਇਹ ਹੈ ਕਿ ਕੋਈ ਵੀ ਪਾਰਟੀ ਹੋਵੇ, ਉਹਨਾਂ ਪਾਰਟੀਆਂ ਦੇ ਵਿੱਚ ਜਦੋਂ ਕੇਂਦਰੀ ਲੀਡਰਸ਼ਿਪ ਹੁੰਦੀ ਹੈ, ਉਹ ਕਿਸੇ ਵੀ ਇਹੋ ਜਿਹੇ ਲੀਡਰ ਤੋਂ ਜਾਂ ਇਹੋ ਜਿਹੀ ਆਵਾਜ਼ ਜਿਹੜੀ ਸੁਤੰਤਰ ਆਵਾਜ਼ ਹੋ ਸਕਦੀ ਹੈ ਔਰ ਲੀਡਰਸ਼ਿਪ ਲਈ ਚੈਲੰਜ ਹੋ ਸਕਦੀ ਆ, ਉਹਨੂੰ ਉਹ ਉਸਰਨ ਨਹੀਂ ਦਿੰਦੇ, ਉਹਨੂੰ ਉੱਪਰ ਨਹੀਂ ਆਉਣ ਦਿੰਦੇ, ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ। ਉਹ ਕਿਉਂਕਿ ਵੱਖਰੀ ਕਿਸਮ ਦੀ ਸੋਚ, ਥੋੜੀ ਜਿਹੀ ਆਫੀਸ਼ੀਅਲ ਲਾਈਨ ਨਾਲੋਂ ਆਪਾਂ ਕਹੀਏ ਕਿ ਡਾਇਸੈਂਟ ਦੀ ਲਾਈਨ ਹੈ। ਸੋ ਉਹ ਡਾਇਸੈਂਟ ਦੀ ਲਾਈਨ ਜਿਹੜੀ ਹੈ ਨਾ, ਉਹ ਆਮ ਤੌਰ ਤੇ ਕ੍ਰਸ਼ ਹੋ ਜਾਂਦੀ ਜਾਂ ਪਾਰਟੀ ਦੇ ਵਿੱਚ। ਇਸ ਕਰਕੇ ਮੈਨੂੰ ਜੋ ਉਹ ਹਨ ਨਾ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਕਿ ਉਹਨਾਂ ਨੂੰ ਮਹਿਕਮਾ ਦੇ ਦਿੱਤਾ ਜਾਏ ਜਾਂ ਉਹ ਕੀਤਾ ਜਾਏ, ਉਹਦੀ ਸੰਭਾਵਨਾ ਬਿਲਕੁਲ ਨਹੀਂ ਹੈ। ਔਰ ਦੂਸਰੀ ਗੱਲ ਮੈਂ ਸਮਝਦਾ ਪ੍ਰੈਕਟੀਕਲੀ ਵੀ ਸ਼ਾਇਦ ਅੱਗੇ ਵੀ ਆਪਾਂ ਜ਼ਿਕਰ ਕੀਤਾ ਹੋਏ ਕਿ ਉਹ ਪੁਲਿਸ ਦੇ ਵਿੱਚੋਂ ਆਏ ਆ ਤੇ ਪੁਲਿਸ ਚੋਂ ਉਹਨਾਂ ਨੂੰ ਬਹੁਤ ਸੀਨੀਅਰ ਬੰਦੇ ਉੱਥੇ ਬੈਠੇ ਹੋਏ ਆ। ਜਦੋਂ ਉਹਨਾਂ ਨੂੰ ਹੋਮ ਮਿਨਿਸਟਰੀ ਦੇ ਦਿੱਤੀ ਜਾਂਦੀ ਹੈ ਤੇ ਪੁਲਿਸ ਦਾ ਮਹਿਕਮਾ ਕੁਦਰਤੀ ਉਹਨਾਂ ਕੋਲ ਲਾ ਐਂਡ ਆਰਡਰ ਆਉਣਾ ਹੈ, ਤਾਂ ਉਹਨਾਂ ਨੂੰ ਬਹੁਤ ਸੀਨੀਅਰ ਜਿਹੜੇ ਬੰਦੇ ਬੈਠੇ ਆ, ਉਹਨਾਂ ਨੂੰ ਸ਼ਾਇਦ ਇਹ ਗੱਲ ਹਜ਼ਮ ਨਹੀਂ ਹੋਣੀ। ਸੋ ਇਸ ਕਰਕੇ ਪ੍ਰੈਕਟੀਕਲ ਪੋਲਿਟਿਕਸ ਔਰ ਐਡਮਿਨਿਸਟ੍ਰੇਸ਼ਨ ਦੇ ਪੱਖੋਂ ਜਿੱਥੋਂ ਤੱਕ ਇਹ ਸਵਾਲ ਹੈ ਕਿ ਉਹਨਾਂ ਨੂੰ ਇਹੋ ਜਿਹੀ ਜ਼ਿੰਮੇਵਾਰੀ ਦਿੱਤੀ ਜਾਏਗੀ, ਤੇ ਇਹਦੀ ਮੈਨੂੰ ਸੰਭਾਵਨਾ ਨਜ਼ਰ ਨਹੀਂ ਆਉਂਦੀ, ਕਈ ਕਾਰਨ ਜਿਹੜੇ ਮੈਂ ਜ਼ਿਕਰ ਕੀਤੇ।
ਦੂਸਰੀ ਗੱਲ ਹੈਗੀ ਹੈ ਕਿ ਤੁਸੀਂ ਜਿਸ ਤਰ੍ਹਾਂ ਭਗਵੰਤ ਮਾਨ ਹੋਣਾ ਦਾ ਜ਼ਿਕਰ ਕਰ ਰਹੇ ਹੋ ਕਿ ਉਹ ਮੁੱਖ ਮੰਤਰੀ ਹਨ, ਹੋਮ ਮਹਿਕਮਾ ਉਹਨਾਂ ਕੋਲ ਹੈ, ਲਾ ਐਂਡ ਆਰਡਰ ਉਹਨਾਂ ਕੋਲ ਹੈ। ਇੱਥੇ ਮੈਂ ਬਿਲਕੁਲ ਮੇਰੀ ਰਾਏ ਦੇ ਮੁਤਾਬਕ ਇੱਥੇ ਇਹ ਉਹਨਾਂ ਦੀ ਫੇਲਿਅਰ ਹੈ, ਇਹ ਉਹਨਾਂ ਦੀ ਫੇਲਿਅਰ ਹੈ, ਮੁੱਖ ਮੰਤਰੀ ਸਾਹਿਬ ਦੀ ਫੇਲਿਅਰ ਹੈ ਜਦੋਂ ਇਹ ਜੇਲ੍ਹਾਂ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਰਾ ਹੋ ਰਿਹਾ ਹੋਇਆ। ਔਰ ਜਿਸ ਕਿਸਮ ਦੇ ਦੇਖੋ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਟੀਵੀ ਤੇ ਵੀ ਸੁਣਦੇ ਹਾਂ, ਅਖਬਾਰਾਂ ਵਿੱਚ ਹੀ ਦੇਖਦੇ ਹਾਂ ਕਿ ਫਲਾਣੀ ਜੇਲ੍ਹ ਦੇ ਵਿੱਚ ਛਾਪਾ ਪਿਆ, ਉੱਥੋਂ ਇੰਨੇ ਮੋਬਾਈਲ ਮਿਲੇ। ਇਹ ਆਪਾਂ ਦੇਖੋ ਪਿਛਲੇ ਕਈ ਮਹੀਨਿਆਂ ਤੋਂ ਇਹ ਦੇਖ ਰਹੇ ਹੋਏ। ਪਹਿਲਾਂ ਜਦੋਂ ਰੰਧਾਵਾ ਸਾਹਿਬ ਦੇਖੋ ਸੀ ਨਾ, ਜਾਂ ਆਪਣੇ ਜੇਲ੍ਹ ਮੰਤਰੀ ਸੀਗੇ, ਉਹ ਵੀ ਜਦੋਂ ਬਣੇ ਨਾ ਜੇਲ੍ਹ ਮੰਤਰੀ, ਜਦੋਂ ਉਹ ਡਿਪਟੀ ਚੀਫ ਮਿਨਿਸਟਰ ਸੀਗੇ, ਤੇ ਉਹ ਵੀ ਜਾਂਦੇ ਹੋਏ ਤੇ ਉਹ ਉਦੋਂ ਵੀ ਕਹਿੰਦੇ ਸੀ ਵੀ ਉਹਨਾਂ ਨੇ ਛਾਪਾ ਮਾਰਿਆ ਤੇ ਇੰਨੇ ਮੋਬਾਈਲ ਉੱਥੋਂ ਮਿਲੇ ਜੀ, ਇਸ ਕਿਸਮ ਦਾ ਜਿਹੜਾ ਚੀਜ਼ਾਂ ਮਿਲੀਆਂ। ਹੁਣ ਇਹ ਵਰਤਾਰਾ ਤੇ ਹੈ, ਇਹ ਵਰਤਾਰੇ ਡੀਪ ਰੂਟਡ ਸਾਡੀ ਪ੍ਰੋਬਲਮ ਹੈਗੀ ਹੈ। ਹੁਣ ਕਾਂਗਰਸ ਰਜੀਮ ਵੇਲੇ ਵੀ ਹੋਇਆ, ਉਹ ਕਹਿੰਦੇ ਜੀ ਅਕਾਲੀਆਂ ਵੇਲੇ ਇਹ ਨੈਕਸਸ ਹੋ ਗਿਆ ਜੀ, ਗੈਂਗਸਟਰਿਜ਼ਮ ਹੋ ਗਿਆ। ਇਹ ਗੱਲਾਂ ਕਹਿ ਕੇ ਨਾ ਇਹ ਪ੍ਰੋਬਲਮ ਨੂੰ ਆਪਾਂ ਦੂਜੇ ਦੇ ਸਿਰ ਸਿੱਟ ਕੇ ਜਿਹੜੀ ਹੈ ਨਾ ਆਪਣੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਚਾਹੇ ਪ੍ਰੋਬਲਮ ਉਹਨਾਂ ਨੇ ਕ੍ਰੀਏਟ ਕੀਤੀ ਹੋਵੇ, ਉਹਨਾਂ ਦੇ ਸਮੇਂ ਦੀ ਹੋਵੇ, ਚਾਹੇ ਅਕਾਲੀਆਂ ਦੀ ਕ੍ਰੀਏਟ ਕੀਤੀ ਹੋਵੇ, ਚਾਹੇ ਕਾਂਗਰਸੀਆਂ ਦੀ ਕ੍ਰੀਏਟ ਕੀਤੀ ਹੋਵੇ। ਇਸੇ ਕਰਕੇ ਤਾਂ ਲੋਕਾਂ ਨੇ ਉਹਨੂੰ ਨਕਾਰਿਆ ਨਾ ਜੀ ਫਿਰ। ਤੇ ਇੰਨੀ ਵੱਡੀ ਬਹੁਤ ਗਿਣਤੀ ਨਾਲ 92 ਬੰਦੇ ਤੁਹਾਡੇ ਚੁਣ ਕੇ ਭੇਜੇ, ਇਸੇ ਆਸ ਨਾਲ ਭੇਜਿਆ ਨਾ ਕਿ ਇਹ ਅਵਸਥਾ ਜਿਹੜੀ ਹੈ ਐਡਮਿਨਿਸਟ੍ਰੇਸ਼ਨ ਦੀ, ਇਹਨੂੰ ਨੱਥ ਪਾਈ ਜਾਏ, ਇਹਨੂੰ ਠੱਲ ਪਾਇਆ ਜੇ ਇਹਨਾਂ ਰੁਝਾਨਾਂ ਨੂੰ। ਤੇ ਜੇ ਤੁਸੀਂ ਹੁਣ ਨਹੀਂ ਪਾ ਰਹੇ ਤੇ ਫਿਰ ਤੁਹਾਡੀ ਉਹ ਤੋਂ ਵੱਧ ਹੈ ਨਾ। ਹੁਣ ਤੁਸੀਂ ਰੋਜ਼ ਆ ਜਾਂਦਾ ਜੀ, ਫਲਾਣੇ ਥਾਂ ਗਏ ਜੀ 5 ਮੋਬਾਈਲ ਮਿਲੇ, ਫਲਾਣੇ ਗਏ ਜੀ 7 ਮਿਲੇ ਜੀ, ਉੱਥੇ ਆ ਨਸ਼ਾ ਮਿਲਿਆ ਜੀ, ਉੱਥੇ ਆ ਸਿੱਟਿਆ ਗਿਆ ਜੀ, ਉੱਥੇ। ਸੋ ਇੱਥੇ ਮੈਂ ਸਮਝਦਾ ਸੁਖਵਿੰਦਰ ਜੀ, ਇਹ ਇਹਨਾਂ ਦੀ ਫੇਲਿਅਰ ਹੈ। ਔਰ ਉਹ ਫੇਲਿਅਰ ਦੀ ਸਭ ਤੋਂ ਵੱਡੀ ਤੇ ਸਾਡੇ ਤੁਹਾਡੇ ਸਾਹਮਣੇ ਹੀ ਆ ਨਾ, ਪਿੱਛੇ ਉੱਥੇ ਗੋਇੰਦਵਾਲ ਸਾਹਿਬ ਕੀ ਹੋ ਕਿ ਉੱਥੇ 2 ਧੜੇ ਨੇ ਉੱਥੇ। ਔਰ ਇਹ ਕਿਹਨੂੰ ਨਹੀਂ ਪਤਾ, ਆਫਟਰ ਜੇ ਐਡਮਿਨਿਸਟ੍ਰੇਸ਼ਨ ਨੂੰ ਇੰਨੀ ਨਹੀਂ ਪਤਾ ਹੈ ਕਿ ਇਹ ਖੂੰਖਾਰ ਅਪਰਾਧੀ ਹਨ, ਗੈਂਗਸਟਰ ਹਨ, ਤੇ ਤੁਸੀਂ ਉਹਨਾਂ ਦੇ ਉੱਪਰ ਅੱਖ ਨਹੀਂ ਰੱਖ ਸਕਦੇ। ਤੁਸੀਂ ਉਹਨਾਂ ਨੂੰ ਹਾਲਾਤ ਇਹੋ ਜਿਹੇ ਪੈਦਾ ਕਰ ਦਿੰਦੇ ਹੋ ਕਿ ਆਪਸ ਵਿੱਚ ਲੜ ਪੈਣ ਤੇ ਉਹੋ ਜਿਹੇ ਸਾਧਨ ਉੱਥੇ ਮੁਹੱਈਆ ਹੋ ਜਾਣ ਕਿ ਇੱਕ ਦੂਜੇ ਨੂੰ ਮਾਰ ਦੇਣ। ਇਹ ਤਾਂ ਇਹਦੇ ਪਿੱਛੇ ਨਾ ਕੋਈ ਮੈਨੂੰ ਲੱਗਦਾ ਹੈ ਕਿ ਕੋਈ ਕਨਸਪੀਰੇਸੀ ਜੀ ਜਿਵੇਂ ਨਹੀਂ ਕੋਈ ਹੁੰਦੀ ਗੱਲ, ਇਹ ਬੰਦਿਆਂ ਨੂੰ ਐਲੀਮੀਨੇਟ ਕਰਨਾ ਜੀ, ਉਹ ਇੱਕ ਤਾਂ ਦੂਜੇ ਨੂੰ ਮਰਵਾ ਦੇਗਾ ਜੀ, ਗੈਂਗ ਵਾਰ ਜਿਹਨੂੰ ਆਪਾਂ ਕਹਿੰਦੇ ਇਹੋ ਜਿਹੀ ਕਰਵਾਉਣ ਦੀ ਹੁੰਦੀ ਹੈ। ਇਹਨੂੰ ਹੋਰ ਤਰ੍ਹਾਂ ਸਮਝਿਆ ਨਹੀਂ ਜਾ ਸਕਦਾ। ਜਾਂ ਇਹ ਹੈ ਕਿ ਨਾ ਅਹਿਲੀਅਤ, ਸਿਰੇ ਦੀ ਨਾ ਅਹਿਲੀਅਤ, ਜੋ ਵੀ ਇਹਦਾ ਕਾਰਨ ਹੋਵੇ, ਇਹਦੇ ਵਿੱਚ ਮੈਂ ਸਮਝਦਾ ਕਿ ਮੌਜੂਦਾ ਸਰਕਾਰ ਦੀ ਫੇਲਿਅਰ ਹੈ। ਇਹਨਾਂ ਦੀ ਨਾ ਅਹਿਲੀਅਤ ਕਰਕੇ, ਜਾਂ ਬੇਸਮਝੀ ਕਰਕੇ, ਜਾਂ ਕਹੋ ਕਿ ਪੂਰੀ ਤਨਦੇਹੀ ਨਾਲ ਕੰਮ ਨਾ ਕਰਨ ਕਰਕੇ ਜੋ ਵਰਤਾਰਾ ਹੋ ਰਿਹਾ ਹੈ, ਇਹ 'ਚ ਕੋਈ ਸ਼ੱਕ ਨਹੀਂ ਕਿ ਸਮੁੱਚਾ ਪੰਜਾਬੀ ਇਸ ਵੇਲੇ ਡਰਿਆ ਹੋਇਆ ਕਿ ਜਿਸ ਤਰ੍ਹਾਂ ਦੀ ਖੂੰਖਾਰ ਗੈਂਗਸਟਰ ਹੈਗੇ ਨੇ, ਔਰ ਜਿਸ ਕਿਸਮ ਦਾ ਵਰਤਾਰਾ ਹੈ, ਨੈਕਸਸ ਬਣਿਆ ਹੋਇਆ ਕ੍ਰਿਮੀਨਲ ਦਾ, ਔਰ ਜਿਹੜੇ ਆਪਾਂ ਡਰੱਗ ਦੇ ਵਿੱਚ ਬੰਦੇ ਹੈਗੇ ਆ, ਇਹਨਾਂ ਦਾ ਜਿਹੜਾ ਇਹ ਨੈਕਸਸ ਹੈ, ਇਹ ਘਟਣ ਦੀ ਬਜਾਏ ਉਸੇ ਤਰ੍ਹਾਂ ਹੀ, ਜੇ ਆਪਾਂ ਨਾ ਕਹੀਏ ਵਧਿਆ ਨਹੀਂ ਹੈ, ਕਿ ਉਹਨੂੰ ਨੱਥ ਨਹੀਂ ਸੁਖਵਿੰਦਰ ਜੀ ਪਈ। ਤੇ ਜੇ ਨਹੀਂ ਪਈ ਤੇ ਇਹਦੇ ਵਿੱਚ ਜ਼ਿੰਮੇਵਾਰੀ ਤੇ ਪ੍ਰੈਜ਼ੈਂਟ ਹਕੂਮਤ ਦੀ ਹੈ, ਤੇ ਇਹ ਪ੍ਰੈਜ਼ੈਂਟ ਹਕੂਮਤ ਇਹਦੇ ਲਈ ਜ਼ਿੰਮੇਵਾਰ ਹੈ। ਔਰ ਮੈਂ ਸਮਝਦਾ ਕਿ ਡਾਇਰੈਕਟ ਜ਼ਿੰਮੇਵਾਰੀ ਭਗਵੰਤ ਸਿੰਘ ਮਾਨ ਹੁਣਾਂ ਦੇ ਸਿਰ ਤੇ ਹੀ ਆਉਂਦੀ ਹੈ। ਉਹ ਇਹ ਤੋਂ ਬਚ ਨਹੀਂ ਸਕਦੇ ਸੁਖਵਿੰਦਰ ਜੀ। ਦੂਜੀਆਂ ਪਾਰਟੀਆਂ ਨੂੰ ਭੰਡਣ ਨਾਲ, ਉਹਨਾਂ ਦੇ ਸਿਰ ਭਾਂਡਾ ਤੋੜਨ ਨਾਲ ਇਹ ਗੱਲ ਬਣਨੀ ਨਹੀਂ ਸੁਖਵਿੰਦਰ ਜੀ। ਜ਼ਿੰਮੇਵਾਰੀ ਤੇ ਇਸ ਵੇਲੇ ਦੀ ਪ੍ਰੈਜ਼ੈਂਟ ਹਕੂਮਤ ਦੀ ਹੈਗੀ ਹੈ, ਤੇ ਜੇ ਜ਼ਿੰਮੇਵਾਰੀ ਨਹੀਂ ਲੈਂਦੇ ਤੇ ਇਹਦਾ ਮਤਲਬ ਹੈ ਕਿ ਉਹ ਫੇਲਿਅਰ ਉਹਨਾਂ ਦੀ ਹੈ। ਜੀ ਸੁਖਵਿੰਦਰ ਜੀ। ਜੀ, ਇੱਥੇ ਗੱਲ ਜਦੋਂ ਡਾਕਟਰ ਸਾਹਿਬ ਲਾ ਐਂਡ ਆਰਡਰ ਦੀ ਤੁਰਦੀ ਹੈ, ਤਾਂ ਉਹ ਖਬਰ ਤੁਸੀਂ ਦੇਖੀ ਹੋਣੀ ਕਿ ਬੇਅਦਬੀ ਦਾ ਉਹ ਮਤਲਬ ਕਿ ਉਹਨੂੰ ਨਾਮ ਦਿੱਤਾ ਗਿਆ ਕਿ ਇੱਕ ਬੰਦਾ, ਮੇਰੇ ਖਿਆਲ 'ਚ ਇਹ ਲੰਬੀ ਹਲਕੇ ਦੀ ਖਬਰ ਆ ਕਿ ਉੱਥੇ ਸਾਹਿਬ ਦੇ ਵਿੱਚ ਦਾਖਲ ਹੁੰਦਾ ਹੈ, ਤੇ ਉਹ ਬਾਅਦ ਦੇ ਵਿੱਚ ਉੱਥੇ ਜੀ ਕਹਿੰਦੇ ਜੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਹ ਵੀ ਖਬਰਾਂ ਆ ਰਹੀਆਂ ਕਿ ਸ਼ਾਇਦ ਉਹ ਸਪੀਕਰ ਦੀ ਆਵਾਜ਼ ਨੂੰ ਲੈ ਕੇ ਪਰੇਸ਼ਾਨ ਸੀ ਕਿ ਸਪੀਕਰ ਬਹੁਤ ਉੱਚੀ ਚੱਲਦਾ ਸੀ। ਕਹਿੰਦਾ ਵੀ ਰਿਹਾ ਆਪਣੀ ਕੰਪਲੇਂਟ ਜਾਂ ਉਸ ਤਰੀਕੇ ਦੇ ਨਾਲ ਆਪਣੇ ਵੱਲੋਂ ਕਹਿੰਦਾ ਰਿਹਾ ਕਿ ਨਹੀਂ ਆਵਾਜ਼ ਹੋਣੀ ਚਾਹੀਦੀ। ਫਿਰ ਇਹ ਵੀ ਫੈਕਟਰ ਆ ਰਿਹਾ ਕਿ ਉਹ ਡੇਰਾ ਸਿਰਸਾ ਮੁਖੀ ਦੇ ਨਾਲ ਉਹਦਾ ਪਰਿਵਾਰ ਜੁੜਿਆ ਹੋਇਆ। ਇਹਨੂੰ ਲੈ ਕੇ ਵੀ ਬੜੇ ਤਰ੍ਹਾਂ ਦੇ ਸਵਾਲ ਉੱਠਦੇ ਨੇ ਕਿ ਗੁਰੂ ਘਰਾਂ ਨੂੰ ਲੈ ਕੇ ਅਸੀਂ ਇੱਕ ਤਾਂ ਬਹੁਤ ਛੇਤੀ ਉਹਨੂੰ ਬੇਅਦਬੀ ਦਾ ਨਾਂ ਦੇ ਦਿੰਦੇ ਆ, ਫਿਰ ਉਹਦੇ ਉੱਤੇ ਚਰਚਾਵਾਂ ਜਿਹੜੀਆਂ ਉਸ ਤਰੀਕੇ ਦੀਆਂ ਹੁੰਦੀਆਂ,
ਫਿਰ ਅਸੀਂ ਆਪਣੀ ਸਵੈ ਪੜਚੋਲ ਕਿਉਂ ਨਹੀਂ ਕਰਦੇ? ਪਿੰਡਾਂ ਦੇ ਵਿੱਚ ਇੰਨੇ ਗੁਰਦੁਆਰੇ ਜਾਤੀਗਤ ਤੌਰ ਦੇ ਉੱਤੇ ਫਿਰ ਉਹਨਾਂ ਦੀ ਸਾਂਭ ਸੰਭਾਲ ਉਸ ਤਰੀਕੇ ਦੇ ਨਾਲ ਨਹੀਂ ਹੁੰਦੀ। ਫਿਰ ਉਹਨਾਂ ਦੇ ਸਪੀਕਰ ਜਦੋਂ ਉੱਚੀ ਵੱਜਦੇ ਨੇ ਤਾਂ ਲੋਕਾਂ ਨੂੰ ਘਰਾਂ 'ਚ ਬੈਠਿਆਂ ਗੁਰਬਾਣੀ ਤਾਂ ਸਮਝ ਨਹੀਂ ਆਉਂਦੀ, ਉਹ ਇੱਕ ਸ਼ੋਰ ਮਹਿਸੂਸ ਹੁੰਦਾ, ਇੱਕ ਰੌਲਾ ਰੱਪਾ ਮਹਿਸੂਸ ਹੁੰਦਾ। ਹੁਣ ਇਸ ਖਬਰ ਨੂੰ ਆਪਾਂ ਪੰਜਾਬ ਦੇ ਲਾਅ ਐਂਡ ਆਰਡਰ ਨਾਲ ਜੋੜ ਕੇ ਕਿਸ ਤਰੀਕੇ ਨਾਲ ਦੇਖੀਏ ਕਿ ਜੇ ਜਿਵੇਂ ਹੁਣ ਅੰਮ੍ਰਿਤਪਾਲ ਸਿੰਘ ਹੋਰੀ ਉਹਨਾਂ ਨੂੰ ਕੋਈ ਇਹੋ ਜਿਹੀ ਖਬਰ ਮਿਲੇ ਜਾਂ ਇਹੋ ਜਿਹੀਆਂ ਧਿਰਾਂ ਨੂੰ ਜਦੋਂ ਖਬਰ ਮਿਲੇਗੀ ਤਾਂ ਉਹ ਆਪਣਾ ਇੱਕ ਨਵੇਂ ਤਰੀਕੇ ਦਾ ਰੂਪ ਅਖਤਿਆਰ ਕਰੇਗੀ। ਉਹ ਸਿਆਸੀ ਤੌਰ ਦੇ ਉੱਤੇ ਵੀ, ਉਹ ਧਾਰਮਿਕ ਤੌਰ ਦੇ ਉੱਤੇ ਵੀ ਉਹਦੇ ਤੇ ਰੌਲਾ ਰੱਪਾ ਸ਼ੁਰੂ ਹੋਏਗਾ। ਤੁਸੀਂ ਬਿਲਕੁਲ ਸੁਖਵਿੰਦਰ ਜੀ ਠੀਕ ਕਹਿ ਰਹੇ ਹੋ। ਅਸਲ 'ਚ ਲੱਗਦਾ ਇਹ ਹੈ ਕਿ ਸਾਨੂੰ ਨਾ ਅਸੀਂ ਧਰਮ ਪ੍ਰਤੀ ਹੁਣ ਜਿਹੜੇ ਨਾ ਬੜੀ ਸੰਕੀਰਣ ਜੀ ਅਸੀਂ ਪਹੁੰਚ ਅਡਾਪਟ ਕਰ ਲਈ ਹੋਈ ਹੈ। ਧਰਮ ਸਾਡੇ ਕੋਲੋਂ ਇੱਕ ਤਰਜ਼ੇ ਜ਼ਿੰਦਗੀ ਦੀ ਥਾਂ, ਇੱਕ ਜਿਹਨੂੰ ਕਹੀਏ ਕਿ ਇੱਕ ਆਪਣਾ ਇਹੋ ਜਿਹਾ ਬਣ ਗਿਆ ਹੋਇਆ ਕਿ ਧਰਮ ਇੱਕ ਆਪਾਂ ਇੱਕ ਸਾਡੇ ਵਾਸਤੇ ਇੱਕ ਪੜੋਲ ਜਿਹਾ ਬਣ ਗਿਆ ਹੋਇਆ ਤੇ ਉਹਨੂੰ ਆਪਣੇ ਹਿੱਤਾਂ ਵਿੱਚ ਵਰਤਣ ਵਾਸਤੇ, ਆਪਣੀ ਹਉਂ ਨੂੰ ਪੂਰਾ ਕਰਨ ਵਾਸਤੇ, ਈਗੋ ਨੂੰ ਪੂਰਾ ਕਰਨ ਵਾਸਤੇ ਜਿਹੜਾ ਹੁੰਦਾ ਨਾ ਉਹੋ ਜਿਹਾ ਆਧਾਰ ਬਣਦਾ ਜਾ ਰਿਹਾ। ਇਹ ਬਦਕਿਸਮਤੀ ਹੈ ਜੀ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਚਾਹੇ ਪਿੰਡਾਂ ਦੇ ਵਿੱਚ ਹੋਵੇ ਚਾਹੇ ਮਹੱਲਿਆਂ ਦੇ ਵਿੱਚ ਹੋਵੇ, ਉੱਥੇ ਗੁਰਦੁਆਰਾ ਸਾਹਿਬਾਨ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾਂਦੀ ਹੈ ਔਰ ਉਹਨਾਂ ਦਾ ਜਿਹੜਾ ਪ੍ਰਬੰਧਨ ਠੀਕ ਕਰਨਾ ਚਾਹੀਦਾ ਉਹ ਨਹੀਂ ਹੋ ਰਿਹਾ। ਔਰ ਲਾਊਡ ਸਪੀਕਰ ਦੀ ਜਿਹੜੀ ਹੈਗੀ ਆ ਉਹ ਵੀ ਮੈਨੂੰ ਲੱਗਦਾ ਹੈ ਕਿ ਅਸੀਂ ਇਹ ਜਿਵੇਂ ਲਾਇਸੈਂਸ ਮਿਲ ਗਿਆ ਹੋਇਆ ਕਿ ਜਿਹੜੇ ਵੇਲੇ ਮਰਜ਼ੀ ਤੁਸੀਂ ਔਰ ਜਿੰਨੀ ਮਰਜ਼ੀ ਵਾਲੀਅਮ ਨਾਲ ਕਰ ਲਓ। ਹਾਲਾਂਕਿ ਇਹ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਹ ਗੱਲ ਕਹੀ ਹੋਈ ਹੈ ਔਰ ਸਾਰੇ ਹੀ ਲੋਕਾਂ ਵੱਲੋਂ ਗੁਜ਼ਾਰਿਸ਼ ਕੀਤੀ ਗਈ ਹੈ ਕਿ ਤੁਸੀਂ ਗੁਰਦੁਆਰਾ ਸਾਹਿਬਾਨ ਜਿਹੜੇ ਹੈ ਉਹਨਾਂ ਦਾ ਸਪੀਕਰ ਦੀ ਆਵਾਜ਼ ਉਨੀ ਰੱਖੋ ਜਿੰਨੀ ਅੰਦਰ ਬੈਠੀ ਸੰਗਤ ਨੂੰ ਸੁਣ ਸਕੇ, ਜਿਹੜੇ ਉੱਥੇ ਹਾਜ਼ਰ ਨੇ। ਤੁਸੀਂ ਹੁਣ ਧੱਕੇ ਨਾਲ ਗੁਰਬਾਣੀ ਲੋਕਾਂ ਦੇ ਕੰਨਾਂ ਵਿੱਚ ਪਾਉਣਾ ਚਾਹੁੰਦੇ ਹੋ। ਇਹ ਤੇ ਅਪਰੋਚ ਜਿਹੜੀ ਹੈ ਨਾ ਤੇ ਮੇਰੀ ਸਮਝ ਤੇ ਨਹੀਂ ਆਈ, ਨਾ ਤੇ ਸਿੱਖ ਇਤਿਹਾਸ ਮੁਤਾਬਕ ਠੀਕ ਹੈ, ਨਾ ਸਿੱਖ ਸਿਧਾਂਤ ਮੁਤਾਬਕ ਠੀਕ ਹੈ। ਧੱਕੇ ਨਾਲ ਕੋਈ ਚੀਜ਼ ਜਿਹੜੀ ਧਰਮ ਦੇ ਨਾਂ ਦੇ ਵਿੱਚ ਧੱਕਾ ਨਹੀਂ ਹੁੰਦਾ। ਜਦੋਂ ਤੁਸੀਂ ਮੱਲੋ ਜੋਰੀ ਮਤਲਬ ਇਸ ਤਰ੍ਹਾਂ ਦੇ ਤੁਸੀਂ ਲਾਊਡ ਸਪੀਕਰ ਉੱਚੀ ਲਾ ਕੇ ਲੋਕਾਂ ਨੂੰ ਸੁਣਾਉਣਾ ਚਾਹੁੰਦੇ ਹੋ ਤੇ ਇਹਦਾ ਮਤਲਬ ਤੇ ਇਹ ਹੋ ਗਿਆ ਕਿ ਜਿਹੜਾ ਸ਼ਰਧਾਵਾਨ ਹੈ ਉਹਨੂੰ ਤਾਂ ਚੰਗਾ ਲੱਗ ਗਿਆ, ਜਿਹੜਾ ਸ਼ਰਧਾਵਾਨ ਨਹੀਂ ਉਹਨੂੰ ਤਾਂ ਨੁਇਸੈਂਸ ਹੀ ਲੱਗੇਗੀ ਨਾ। ਫਿਰ ਇਹ ਆਪਾਂ ਇਹੋ ਜਿਹੀ ਕਿਉਂ ਕਾਰਜ ਕਰਦੇ ਹਾਂ? ਇਹ ਮੇਰੇ ਮੁਤਾਬਕ ਇਹਨੂੰ ਲਾਅ ਐਂਡ ਆਰਡਰ ਦੀ ਸਮੱਸਿਆ ਨਹੀਂ ਸਮਝਣੀ ਚਾਹੀਦੀ। ਇਹ ਤੇ ਇੱਕ ਇੰਡੀਵਿਜੂਅਲਾਈਜ਼ਡ ਇਹੋ ਜਿਹੀਆਂ ਕਈ ਵੀ ਹੁੰਦੀਆਂ ਨੇ, ਕੋਈ ਸਿਰ ਫਿਰਿਆ ਵੀ ਹੋ ਸਕਦਾ ਹੈ, ਕੋਈ ਨਸ਼ੇੜੀ ਵੀ ਹੋ ਸਕਦਾ ਹੈ, ਕੋਈ ਜਿਹਨੂੰ ਕਹਿੰਦੇ ਕਿ ਆਪਾਂ ਕੋਈ ਇਹੋ ਜਿਹਾ ਬਦਦਮਾਗ ਬੰਦਾ ਵੀ ਹੋ ਸਕਦਾ ਜਿਹੜਾ ਨਿੱਜੀ ਕੀੜ ਕੱਢਣ ਵਾਸਤੇ, ਜਿਵੇਂ ਉਹ ਦੇਖਿਆ ਨਾ ਕਿ ਭਾਈ ਜੀ ਨਾਲ ਲੜ ਰਿਹਾ ਸੀ ਜਿਹੜੀ ਉਹ ਆਪਾਂ ਉਹ ਵੀਡੀਓ ਦੇਖੀ ਵੀ ਆਪਾਂ ਕਿ ਉਹ ਭਾਈ ਜੀ ਨਾਲ ਗੁੱਥਮ ਗੁੱਥਾ ਵੀ ਹੋ ਰਿਹਾ ਸੀ ਤੇ ਉਹਨੇ ਭਾਈ ਜੀ ਨੇ ਵੀ ਫਿਰ ਪਾਸੇ ਲਿਆਂਦਾ। ਉਹ ਉੱਥੇ ਮਤਲਬ ਉਹਨਾਂ ਨੇ ਵੀ ਬੇਅਦਬੀ ਨਾ ਹੋ ਜਾਏ ਕਿਉਂਕਿ ਉਹ ਬੇਅਦਬੀ ਕਰਨ ਤੇ ਇਹਨੇ ਵਿੱਚ ਆਪਣੀ ਪਾ ਕੇ ਜਾਂਦਾ, ਅੱਛਾ ਸਿਰੋਂ ਨੰਗਾ ਹੋ ਕੇ ਗੁਰੂ ਘਰ ਜਾਂਦਾ ਹੈ। ਇੰਨੀ ਕੁ ਸਮਝ ਪੰਜਾਬ ਦੇ ਵਿੱਚ ਜਿਹੜਾ ਬੰਦਾ ਜਿਹੜਾ ਵੀ ਬਸ਼ਿੰਦਾ ਹੈ ਉਹਨੂੰ ਇੰਨੀ ਕੁ ਸਮਝ ਤੇ ਹੈ ਹੀ ਹੈ ਨਾ ਕਿ ਗੁਰੂ ਘਰ ਦਾ ਮਰਿਆਦਾ ਕੀ ਹੈ, ਵੀ ਅਸੀਂ ਜੁੱਤੀ ਲਾ ਕੇ ਅੰਦਰ ਜਾਣਾ ਹੁੰਦਾ ਤੇ ਸਿਰ ਢੱਕ ਕੇ ਜਾਣਾ ਹੁੰਦਾ। ਇਹ ਮਰਿਆਦਾ ਤੇ ਮੇਰਾ ਖਿਆਲ ਹੈ ਕੋਈ ਅਜਿਹਾ ਪੰਜਾਬ ਦਾ ਬਸ਼ਿੰਦਾ ਨਹੀਂ ਹੈ ਜਿਹਨੂੰ ਇਹ ਪਤਾ ਨਾ ਹੋਵੇ। ਤੇ ਜਿਹੜਾ ਬੰਦਾ ਵੀ ਇਸ ਤਰ੍ਹਾਂ ਉੱਥੇ ਗਿਆ ਹੈ, ਲੱਗਦਾ ਇਹ ਹੈ ਕਿ ਉਹ ਗਿਆ ਉੱਥੇ ਹੈ, ਉਹਦੇ ਨਾਲ ਬੇਅਦਬੀ ਕੁਦਰਤੀ ਡੈਫੀਨੇਟਲੀ ਇਹ ਬੇਅਦਬੀ ਹੋਈ ਹੈ, ਪਰ ਉਹਨੇ ਬੇਅਦਬੀ ਇਹ ਕਰਨ ਦੀ ਇਹ ਜਿਹੜੀ ਹਮਾਕਤ ਕਿਉਂ ਕੀਤੀ ਹੈ ਉਹਦੇ ਕਾਰਨਾਂ ਨੂੰ ਸਮਝਣ, ਜਿਹੜੀ ਤੁਸੀਂ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਨਾ ਸੁਖਵਿੰਦਰ ਜੀ, ਕਿ ਉਹਦੇ ਕਾਰਨ ਪਿੱਛੇ ਕੀ ਹੈ ਉਹਨੂੰ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਵੀ ਜੇ ਇਹ ਕਾਰਨਾਂ ਦੇ ਪਿੱਛੇ ਸਾਡੀ ਆਪਣੀ ਹੀ ਕੋਈ ਪ੍ਰਬੰਧਨ ਦੀ ਕਮਜ਼ੋਰੀ ਹੈ ਜਾਂ ਸਾਡੀ ਆਪਣੇ ਹੀ ਵਿਹਾਰ ਦੀ ਕੋਈ ਕਮਜ਼ੋਰੀ ਹੈਗੀ ਹੈ ਤੇ ਉਹਦੇ ਵਿੱਚ ਵੀ ਸਾਨੂੰ ਅੰਤਰਝਾਤ ਜ਼ਰੂਰ ਮਾਰਨ ਦੀ ਲੋੜ ਹੈ। ਜਿਹੜਾ ਪ੍ਰਬੰਧਨ ਹੈ ਸਾਡਾ ਗੁਰੂ ਘਰਾਂ ਦਾ ਤੇ ਸਿੱਖ ਸੰਗਤ ਦਾ, ਉਸ ਪਹੁੰਚ ਦੇ ਵਿੱਚ ਵੀ ਸਾਨੂੰ ਸੋਚਣ ਦੀ ਲੋੜ ਹੈ ਵੀ ਅਸੀਂ ਕਿਸ ਕਿਸਮ ਦੀ ਪਹੁੰਚ ਰੱਖੀਏ, ਅੰਤਰਝਾਤ ਮਾਰੀਏ। ਇਹ ਬੇਅਦਬੀ ਤੇ ਕੁਦਰਤੀ ਗੱਲ ਹੈ, ਮੈਂ ਸਮਝਦਾ ਕਿ ਬੇਅਦਬੀ ਤੇ ਕਰਨ ਦੀ ਕੋਸ਼ਿਸ਼ ਹੋਈ, ਪਰ ਉਹ ਬੇਅਦਬੀ ਕਰਨ ਦੇ ਪਿਛੋਕੜ ਵਿੱਚ ਕਿਹੜੀਆਂ ਗੱਲਾਂ ਪਈਆਂ ਉਹਨਾਂ ਨੂੰ ਵੀ ਜ਼ਰੂਰ ਸਮਝਣਾ ਚਾਹੀਦਾ ਹੈ, ਉਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਿਰਫ ਤੇ ਸਿਰਫ ਇਹ ਕਹਿ ਕੇ ਕਿ ਇਹ ਹੁਣ ਬੇਅਦਬੀ ਹੋ ਗਈ ਹੈ ਤੇ ਇਹਨੂੰ ਸੋਧ ਦਿਓ, ਉੱਥੇ ਤੱਕ ਗੱਲ ਖਤਮ ਨਹੀਂ ਹੈ। ਯਾਨੀ ਕਿ ਉਹਦੇ ਸਾਰੇ ਕਾਰਨਾਂ ਦੀ ਜਿਹੜੀ ਹੈ ਨਾ ਉਹ ਵੀ ਸਾਨੂੰ ਸਮਝਣੀ ਚਾਹੀਦੀ ਹੈ। ਔਰ ਜਿੱਥੇ ਸਾਡੀ ਆਪਣੀ ਕਮਜ਼ੋਰੀ ਹੈ, ਅੰਦਰੂਨੀ ਜਿਹੜੀ ਸਾਡੀ ਭਾਈਚਾਰੇ ਦੀ ਕਮਜ਼ੋਰੀ ਹੈਗੀ ਹੈ, ਪ੍ਰਬੰਧਨ ਦੀ ਕਮਜ਼ੋਰੀ ਹੈ ਸੁਖਵਿੰਦਰ ਜੀ, ਉਹਦਾ ਵੀ ਸਾਨੂੰ ਜ਼ਰੂਰ ਧਿਆਨ ਰੱਖਣਾ ਚਾਹੀਦਾ। ਜੀ ਸੁਖਵਿੰਦਰ ਜੀ।
ਜਿੱਥੇ ਤੱਕ ਸਵਾਲ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਭ੍ਰਿਸ਼ਟਾਚਾਰੀ ਦਾ ਰਿਸ਼ਵਤਖੋਰੀ ਦਾ ਕੀਤਾ ਜਾਂ ਕਿਹਾ ਕਿ CBI ਜਿਹੜੀ ਹੈ ਉਹ ਪੰਜਾਬ ਦੇ ਵਿੱਚ ਵੀ ਆਏਗੀ ਤੇ ਫਿਰ ਮੁੱਖ ਮੰਤਰੀ ਸਾਹਿਬ ਨੂੰ ਵੀ ਸੁਚੇਤ ਕਰ ਰਹੇ ਨੇ। ਧਿਆਨ ਵਿੱਚ ਆਉਂਦਾ ਹੈ ਕਿ ਪਿਛਲੇ ਦਿਨ ਇੱਕ ਚਿੱਠੀ ਵਿਰੋਧੀ ਧਿਰ ਦੇ ਲੀਡਰਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੀ ਸੀ ਕਿ ਇਸ ਤਰ੍ਹਾਂ ਏਜੰਸੀਆਂ ਆ ਕੇ ਜਦੋਂ ਛਾਪੇ ਮਾਰਦੀਆਂ ਜਾਂ ਗਵਰਨਰ ਸਾਹਿਬ ਦਖਲਅੰਦਾਜ਼ੀ ਕਰਦੇ ਨੇ ਜਾਂ ਸਰਕਾਰਾਂ ਨੂੰ ਚੱਲਣ ਨਹੀਂ ਦਿੱਤਾ ਜਾਂਦਾ, ਦਬਾਅ ਬਣਾਇਆ ਜਾਂਦਾ, ਪ੍ਰੈਸ਼ਰ ਬਣਾਇਆ ਜਾਂਦਾ ਵਿਰੋਧੀ ਧਿਰ ਦੇ ਲੀਡਰਾਂ ਦੇ ਉੱਤੇ, ਤਾਂ ਉਹਨੂੰ ਲੈ ਕੇ ਵੀ ਬੜੇ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਜੇ ਮੰਨ ਲਓ ਕੱਲ ਨੂੰ ਪੰਜਾਬ ਦੇ ਵਿੱਚ CBI ਆਉਂਦੀ ਆ ਤੇ ਉਸ ਵੇਲੇ ਇਸ ਸਰਕਾਰ ਦੇ ਜਿਹੜੇ ਵਿਰੋਧੀ ਨੇ ਉਹਨਾਂ ਦਾ ਪੈਂਤੜਾ ਕਿਸ ਤਰ੍ਹਾਂ ਦਾ ਹੋਏਗਾ। ਤੇ ਜੇ ਮੰਨ ਲਓ ਕੱਲ ਨੂੰ ਉਹੀ CBI ਜਾਂ ED ਜਾ ਕੇ ਰਾਜਸਥਾਨ 'ਚ ਛਾਪਾ ਮਾਰਦੀ ਹੈ, ਉਦੋਂ ਪ੍ਰਤਾਪ ਸਿੰਘ ਬਾਜਵਾ ਕਿਸ ਤਰ੍ਹਾਂ ਦਾ ਰਿਐਕਸ਼ਨ ਦੇਣਗੇ, ਜਾਂ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਹੈ ਜਿਵੇਂ ਹਿਮਾਚਲ 'ਚ ਤਾਂ ਉਦੋਂ ਇਹ ਕੀ ਰਿਐਕਸ਼ਨ ਹੋਏਗਾ, ਬਜਾਏ ਇਸ ਦੇ ਕਿ ਜਿਵੇਂ ਚਿੱਠੀ ਦੇ ਵਿੱਚ ਜੋ ਕੁਝ ਲਿਖਿਆ ਗਿਆ ਉਹਦੇ ਉੱਤੇ ਸਰਕਾਰਾਂ ਜਿਹੜੀਆਂ ਜਿੱਥੇ ਇਹਨਾਂ ਦੀਆਂ ਵਿਰੋਧੀ ਧਿਰਾਂ ਦੀਆਂ ਆਪਣੀਆਂ ਸਰਕਾਰਾਂ ਨੇ ਉਹ ਕਿਸ ਤਰ੍ਹਾਂ ਦਾ ਅਮਲ ਕਰਦੀਆਂ। ਇਹ ਵੀ ਡਾਕਟਰ ਸਾਹਿਬ ਜਿਹੜਾ ਉਹ ਇੱਕ ਚਰਚਾ ਦਾ ਵਿਸ਼ਾ ਆ ਕਿ ਚਿੱਠੀ ਤਾਂ ਲਿਖ ਦਿੱਤੀ ਆ ਪਰ ਇਹਦੇ ਉੱਤੇ ਵੀ ਜਿਹੜੀ ਅੰਤਰ ਮਾਰਨ ਦੀ ਲੋੜ ਹੈ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਸੁਖਵਿੰਦਰ ਜੀ। ਜਿੱਥੋਂ ਤੱਕ ਆਪਣੀ ਇਸ ਵੇਲੇ ਸੰਵਿਧਾਨਕ ਪੋਜੀਸ਼ਨ ਹੈ ਨਾ ਜੀ, ਜਿੰਨਾ ਚਿਰ ਰਾਜ ਦੀ ਸਰਕਾਰ ਕੋਈ ਇਨਕੁਆਇਰੀ ਦੀ ਮੰਗ CBI ਤੋਂ ਨਹੀਂ ਕਰ ਰਹੀ, CBI ਆਫ ਇਟਸ ਓਨ ਆਪਣੇ ਆਪ ਉਹ ਨਹੀਂ ਕੇਸ ਲੈ ਸਕਦੀ। ਇਹ ਸਰਕਾਰ ਦੀ ਜਿਹੜੀ ਸੂਬਾਈ ਸਰਕਾਰ ਹੈ ਨਾ ਜੀ, ਉਹਦੇ ਵੱਲੋਂ ਕਿਹਾ ਜਾਂਦਾ ਹੈ ਤੇ ਤਾਂ ਹੀ CBI ਨੂੰ ਸੌਂਪ ਜਾਂਦਾ। ਆਪਣੇ ਸਾਹਮਣੇ ਹੀ ਪਤਾ, ਜਿਵੇਂ ਬੇਅਦਬੀ ਵਾਲਾ ਮਸਲਾ ਵੀ ਸੀਗਾ ਤੇ ਉਦੋਂ ਦੀ ਸਰਕਾਰ ਤੇ ਲੋਕਾਂ ਨੂੰ ਬੇਭਰੋਸਗੀ ਤੇ ਕਿਹਾ ਗਿਆ ਵੀ ਇਹ CBI ਨੂੰ ਦਿੱਤੀ ਜਾਏ। ਆਪਾਂ ਨੂੰ ਪਤਾ ਨਾ ਜੀ ਬੇਭਰੋਸਗੀ ਵਾਲਾ। ਉਦੋਂ ਬਾਅਦ ਫਿਰ ਅਮਰਿੰਦਰ ਹੋਣਾ ਨੇ ਕਿਹਾ ਵੀ ਨਹੀਂ CBI ਨੂੰ ਨਹੀਂ, ਅਸੀਂ ਆਪ ਅਪਰੋਚ ਕਰਾਂਗੇ ਤੇ ਵਾਪਸ ਲੈ ਲਿਆ ਸੀ। ਇੱਦਾਂ ਹੀ ਬਾਕੀ ਜਿਹੜੇ ਸਰਕਾਰਾਂ ਹੈਗੀਆਂ, ਉਹ ਮੈਂ ਸਮਝਦਾ ਹਾਂ ਕਿ ਫੈਡਰਲ ਢਾਂਚੇ ਦੇ ਵਿੱਚ ਇਹ ਗੱਲ ਇੱਦਾਂ ਹੀ ਹੋਣੀ ਚਾਹੀਦੀ ਹੈ ਕਿ ਕੇਂਦਰੀ ਏਜੰਸੀਆਂ ਜਿਹੜੀਆਂ ਹੈਗੀਆਂ ਉਹਨਾਂ ਕੋਲ ਇਹ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਸੂਬਾਈ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ, ਲਾ ਐਂਡ ਆਰਡਰ ਦੀ, ਔਰ ਇਸ ਤਰ੍ਹਾਂ ਦੇ ਮਾਮਲਿਆਂ 'ਚ ਇਨਕੁਆਇਰੀ ਨਹੀਂ ਕਰਨੀ ਚਾਹੀਦੀ। ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਕੇਂਦਰ ਦੀ ਏਜੰਸੀ ਸਿਰਫ CBI ਨਹੀਂ ਹੈਗੀ। ਆਪਾਂ ਨੂੰ ਪਤਾ ਹੈ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਟੈਰਰਿਜ਼ਮ ਦੇ ਨਾਲ ਸੰਬੰਧਿਤ ਜਿਹੜੇ ਬਹਾਨੇ ਬਣਾ ਕੇ ਉਹ ਸਰਕਾਰ ਜਿੱਥੇ ਮਰਜ਼ੀ ਜਾ ਸਕਦੀ, ਉੱਥੇ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੁੰਦੀ। ਔਰ ਇੱਦਾਂ ਹੀ ED ਜਿਸਨੂੰ ਆਪਾਂ ਕਹਿੰਦੇ ਐਨਫੋਰਸਮੈਂਟ ਡਾਇਰੈਕਟੋਰੇਟ, ਜਿਹੜੀ ਕਿ ਉਹ ਆਪਾਂ ਨੂੰ ਕਹਿੰਦੇ ਆ ਕਿ ਉਹ ਮਨੀ ਲਾਂਡਰਿੰਗ ਦੀ ਜਿਹਨੂੰ ਆਪਾਂ ਗੱਲ ਕਹਿੰਦੇ ਆ ਨਾ ਜੀ, ਉਹ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਔਰ ਫਾਰਨ ਜਿਹੜੀ ਫੰਡਸ ਹੁੰਦੇ ਨੇ ਉਹ ਲੈਣ ਦੇਣ ਜਿਸਨੂੰ ਆਪਾਂ ਕਹਿੰਦੇ, ਉਹਦੇ ਵਿੱਚ ਵੀ ਉਹਨਾਂ ਨੂੰ ਇੱਥੇ ਲੋੜ ਨਹੀਂ ਹੁੰਦੀ। ਉਹ ਕੇਂਦਰੀ ਏਜੰਸੀਜ਼ ਆਪਰੇਟ ਕਰ ਸਕਦੀਆਂ ਥਰੂ ਆਊਟ ਇੰਡੀਆ, ਉੱਥੇ ਪ੍ਰੋਬਲਮ ਨਹੀਂ ਹੁੰਦੀ। ਜਿੱਥੋਂ ਤੱਕ CBI ਦੀ ਗੱਲ ਹੈ, ਉਹ ਹੈ ਇਨਵੈਸਟੀਗੇਟਿਵ ਏਜੰਸੀ। ਉਹਨੂੰ ਬਿਨਾਂ ਸਰਕਾਰ ਦੀ ਜਿਹੜੀ ਸੂਬਾਈ ਸਰਕਾਰ ਦੀ ਆਗਿਆ ਬਿਨਾਂ ਉਹ ਨਹੀਂ ਆ ਸਕਦੀ। ਕੁਝ ਨੇ ਇਜਾਜ਼ਤ ਦਿੱਤੀ ਹੋਈ ਹੈ, ਕੁਝ ਨੇ ਨਹੀਂ ਦਿੱਤੀ। ਔਰ ਸਿਧਾਂਤਕ ਤੌਰ ਤੇ ਮੈਂ ਸਮਝਦਾ ਕਿ ਇਹੀ ਹੋਣਾ ਚਾਹੀਦਾ ਹੈ ਕਿ ਕੇਂਦਰੀ ਏਜੰਸੀ, ਖਾਸ ਕਰਕੇ CBI, ਉਹਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ ਕਿ ਉਹ ਸੂਬਾਈ ਮਾਮਲੇ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਇਨਵੈਸਟੀਗੇਸ਼ਨ ਵਾਸਤੇ ਆਪਣੀ ਸਿੱਧੇ ਤੌਰ ਤੇ ਹੀ ਆ ਕੇ ਉਹ ਇਨਕੁਆਇਰੀਆਂ ਸ਼ੁਰੂ ਕਰ ਲੈ। ਜਿਹੜੀ ਗੱਲ ਤੁਸੀਂ ਬਾਜਵਾ ਸਾਹਿਬ ਦੀ ਗੱਲ ਕਰ ਰਹੇ ਸੀਗੇ, ਮੈਨੂੰ ਲੱਗਦਾ ਹੈ ਕਿ ਬਾਜਵਾ ਸਾਹਿਬ ਦੀ ਮਨਸ਼ਾ ਇਹੀ ਹੈਗੀ ਹੈ ਕਿ ਜਦੋਂ ਹੁਣ ਤੁਸੀਂ ਦੇਖੋ 9 ਪ੍ਰਾਈਵੇਟ ਜਿਹੜੀਆਂ ਆਪਣੀਆਂ ਆਪੋਜੀਸ਼ਨ ਪਾਰਟੀਆਂ ਦਾ ਹੈ ਨਾ ਇਸ ਵੇਲੇ, ਉਹਨਾਂ ਨੇ ਉਹ ਚਿੱਠੀ ਵੀ ਲਿਖੀ ਹੋਈ ਹੈ ਨਾ, ਤੁਸੀਂ ਜ਼ਿਕਰ ਕਰ ਰਹੇ ਸੀਗੇ, ਉਹਨਾਂ ਨੇ ਵੀ ਇਹ ਕੀਤੀ ਹੋਈ ਹੈ ਕਿ ਕੇਂਦਰ ਦੀਆਂ ਏਜੰਸੀਜ਼ ਜਿਹੜੀਆਂ ਹੈਗੀਆਂ ਉਹ ਸੂਬਾਈ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਬੰਦ ਕਰਨ, ਖਾਸ ਕਰਕੇ ਸਸੋਦੀਆ ਵਾਲਾ ਮਸਲਾ ਜਿਹੜਾ ਲੈ ਕੇ ਉਹਨਾਂ ਨੇ ਕੀਤਾ ਹੈਗਾ। ਹੁਣ ਬਾਜਵਾ ਸਾਹਿਬ ਜ਼ਿਕਰ ਇਹੀ ਕਰ ਰਹੇ ਸੀਗੇ ਕਿ ਉੱਥੇ ਦੇਖੋ ਜੀ ਉਹਨਾਂ ਨੇ ਉਹ ਸ਼ਰਾਬ ਮਾਮਲੇ ਵਾਲਾ ਕੱਢ ਲਿਆ ਮਾਮਲਾ, ਉਹਨਾਂ ਨੇ ਉਹਨਾਂ ਨੂੰ ਫੜ ਵੀ ਲਿਆ ਹੋਇਆ। ਉਹੀ ਨੀਤੀ ਤੁਸੀਂ ਇੱਥੇ ਅਡਾਪਟ ਕੀਤੀ ਹੈ ਤੇ ਉਹੀ ਨੀਤੀ ਜਦੋਂ ਤੁਸੀਂ ਇੱਥੇ ਅਡਾਪਟ ਕੀਤੀ ਹੈਗੀ ਹੈ ਤੇ ਉਹਦੇ ਵਿੱਚ ਜਿਹੜੀ ਹੇਰਾ ਫੇਰੀ ਹੋਈ ਹੈ ਉਹਦੇ ਵਿੱਚ ਤੁਹਾਡੇ ਉੱਪਰ ਵੀ ਇਹ ਸ਼ਿਕੰਜਾ ਕੱਸਿਆ ਜਾਣਾ ਔਰ ਉਹ ਉਹਨਾਂ ਦੀ ਵਿਸ਼ ਵੀ ਹੋ ਸਕਦੀ ਹੈ ਕਿ ਭਾਈ ਇਹ ਹੋ ਜਾਏ ਤਾਂ ਕਿ ਜਿਸ ਕਿਸਮ ਦੀ ਤੁਸੀਂ ਹੁਣ ਆਪੋ ਇੱਥੋਂ ਦੀ ਵਿਜੀਲੈਂਸ ਜਿਹੜੀ ਹੋਈ ਹੈ ਉਹ ਵਿਰੋਧੀਆਂ ਦੇ ਖਿਲਾਫ ਛੱਡੀ ਹੋਈ ਹੈ ਵੀ ਤੁਹਾਨੂੰ ਵੀ ਨੱਥ ਸਬਕ ਤਾਂ ਹੀ ਮਿਲੇਗਾ ਜੇ ਤੁਹਾਡੇ ਖਿਲਾਫ ਇਹ ਆ ਜੇ। ਉਹਨਾਂ ਦੀ ਬਾਜਵਾ ਸਾਹਿਬ ਦੀ ਵਿਸ਼ ਹੈ
ਔਰ ਮੈਂ ਸਮਝਦਾ ਕਿ ਇਹ ਬਾਜਵਾ ਸਾਹਿਬ ਦਾ ਨੁਕਤਾ ਸਿਧਾਂਤਕ ਤੌਰ ਤੇ ਚਾਹੇ ਠੀਕ ਮੈਨੂੰ ਨਹੀਂ ਲੱਗਿਆ ਕਿ ਉਹਨਾਂ ਦੀ ਵਿਸ਼ ਜ਼ਰੂਰ ਹੋ ਸਕਦੀ ਹੈ। ਤੇ ਭਲਾ ਹੁਣ ਜਿਹੜੀ ਜਿੱਥੋਂ ਤੱਕ ਆਪਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੁਖਵਿੰਦਰ ਜੀ, ਆਪਾਂ ਨੂੰ ਪਤਾ ਹੈ ਕਿ ਇਹਨਾਂ ਦਾ ਏਜੰਡਾ ਜੋ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਅਸੀਂ ਇਹ ਕਾਰਜ ਕਰਾਂਗੇ, ਉਹਨਾਂ ਵਿੱਚ ਕਰਪਸ਼ਨ ਨੂੰ ਠੱਲ ਪਾਉਣ ਦੀ, ਨੱਥ ਪਾਉਣ ਦਾ ਇੱਕ ਮੁੱਖ ਏਜੰਡਾ ਸੀ। ਤੇ ਉਸ ਦਿਸ਼ਾ ਦੇ ਵਿੱਚ ਜਿਹੜਾ ਵੀ ਕਰਪਸ਼ਨ ਕਰਦਾ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਉਹ ਕਰ ਰਹੇ ਹੋਏ ਆ, ਔਰ ਜਿਨ੍ਹਾਂ ਨੇ ਕਰਪਸ਼ਨ ਕੀਤੀ ਆ ਉਹਨਾਂ ਨੂੰ ਹਾਲ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਹੋਏ ਆ। ਆਪਾਂ ਨੂੰ ਇਸ ਗੱਲ ਦਾ ਪਤਾ ਹੈ, ਔਰ ਮੈਂ ਸਮਝਦਾ ਇਹ ਠੀਕ ਹੈ, ਇਹ ਯਤਨ ਕਰਨਾ ਚਾਹੀਦਾ ਹੈ। ਪਰ ਸਮੱਸਿਆ ਲਾ ਪਾ ਕੇ ਇੱਥੇ ਆਉਂਦੀ ਸੁਖਵਿੰਦਰ ਜੀ ਕਿੱਥੇ ਆਉਂਦੀ ਹੈ ਕਿ ਇਹ ਇੱਕ ਤੇ ਇਹ ਹੁਣ ਜਿੱਥੇ ਤੇ ਇਹਨਾਂ ਦੇ ਆਪਣੇ ਬੰਦੇ ਆਉਂਦੇ ਆ ਉਹਨਾਂ ਪ੍ਰਤੀ ਸਖਤ ਰੁਖ ਅਖਤਿਆਰ ਨਹੀਂ ਹੁੰਦਾ, ਨਰਮ ਹੋ ਜਾਂਦੇ, ਜਿਵੇਂ ਦੂਸਰੀਆਂ ਪਾਰਟੀਆਂ ਕਰਦੀਆਂ, ਬੀਜੇਪੀ ਵਾਲੀ ਵੀ ਕਰਦੇ, ਆਪਾਂ ਨੂੰ ਪਤਾ ਹੈ ਉਹਨਾਂ ਪ੍ਰਤੀ ਨਰਮ ਹੈ। ਜਿੱਥੇ ਕਾਂਗਰਸ ਦੀ ਸਰਕਾਰ ਹੈ, ਜੇ ਕਾਂਗਰਸ ਦਾ ਕੋਈ ਬੰਦਾ ਇਸ ਤਰ੍ਹਾਂ ਉਹਦੇ ਪ੍ਰਤੀ ਵੀ ਨਰਮ ਅਖਤਿਆਰ ਹੋ ਜਾਂਦਾ। ਏਦਾਂ ਹੀ ਆਪ ਵਾਲੇ ਕਰ ਰਹੇ, ਇਹਨਾਂ ਨੇ ਇਹ ਕੋਈ ਵੱਖਰੀ ਦਿਸ਼ਾ ਪ੍ਰਦਾਨ ਜਿਹੜੀ ਇਹਨਾਂ ਨੂੰ ਕਰਨੀ ਚਾਹੀਦੀ ਸੀ ਉਹ ਨਹੀਂ ਕਰ ਰਹੇ, ਇਹ ਗੱਲ ਤੇ ਮੈਨੂੰ ਲੱਗਦਾ ਹੈ। ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਇੱਥੇ ਸਰਕਾਰੀ ਤੰਤਰ ਦੇ ਉਚੇਰੇ ਅਫਸਰ ਇਹਦੇ ਵਿੱਚ ਆਉਂਦੇ ਆ ਉਦੋਂ ਇਹ ਚੁੱਪ ਕਰ ਜਾਂਦੇ, ਉਹਨਾਂ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਨਾ। ਆਪਾਂ ਨੂੰ ਪਤਾ ਕਿ ਜਿੱਥੇ IAS ਔਰ PCS ਆਏ ਸੀ ਉਹ ਮਾਮਲੇ ਠੱਪ ਹੋ ਗਏ। ਜਦੋਂ ਇਹ ਮਾਮਲੇ ਠੱਪ ਹੋ ਜਾਂਦੇ ਆ ਤੇ ਸੁਖਵਿੰਦਰ ਜੀ ਤੁਸੀਂ ਸਾਰਾ ਤੰਤਰ ਜਾਣਦੇ ਹੋ ਕਿ ਜਦੋਂ ਜਿੱਥੇ ਵੀ ਕਰਪਸ਼ਨ ਹੁੰਦੀ ਹੈ ਨਾ ਜੀ, ਉੱਥੇ ਸਿਰਫ ਮੰਤਰੀ ਤੇ ਸਿਆਸੀ ਲੀਡਰ ਹੀ ਸ਼ਾਮਲ ਨਹੀਂ ਹੁੰਦੇ, ਉਹਦੇ ਵਿੱਚ ਹਾਇਰ ਬਿਊਰੋਕ੍ਰੇਸੀ ਵੀ ਸ਼ਾਮਲ ਹੁੰਦੀ ਹੈ। ਇਹ ਮਿਲੀ ਭੁਗਤ ਬਿਨਾਂ ਸੰਭਵ ਨਹੀਂ ਹੁੰਦਾ। ਤੇ ਜੇ ਮਿਲੀ ਭੁਗਤ ਵਿੱਚ ਤੁਸੀਂ ਇੱਕ ਪਾਸੇ ਹੋ ਕੇ ਜਦੋਂ ਕਾਰਜ ਕਰੋਗੇ ਤੇ ਫਿਰ ਉਹ ਪ੍ਰਭਾਵ ਨਹੀਂ ਬਣਨਾ ਸੁਖਵਿੰਦਰ ਜੀ। ਉਹ ਪ੍ਰਭਾਵ ਪਾਉਣ ਵਾਸਤੇ ਤੁਹਾਨੂੰ ਉਹ ਜਿਹੜਾ ਭ੍ਰਿਸ਼ਟ ਤੰਤਰ ਬਿਊਰੋਕ੍ਰੇਸੀ ਵਿੱਚ ਹੈ ਉਹਨੂੰ ਵੀ ਹੱਥ ਪਾਉਣੀ ਪੈਣਾ। ਜੇ ਨਹੀਂ ਪਾਓਗੇ ਤੇ ਇਹ ਇੱਕ ਪਾਸੜ ਅਪਰੋਚ ਜਿਹੜੀ ਹੈ ਹੋ ਸਕਦਾ ਕੋਰਟਸ ਦੇ ਵਿੱਚ ਜਾ ਕੇ ਇਹ ਸਫਲ ਨਾ ਹੋ ਸਕੇ। ਇਹ ਮੁਹਿੰਮ ਠੀਕ ਹੈ, ਪਰ ਮੁਹਿੰਮ ਨੂੰ ਨੇਪਰੇ ਕਿਵੇਂ ਚਾੜਨਾ ਸੁਖਵਿੰਦਰ ਜੀ, ਉਹਦੇ ਵਾਸਤੇ ਕੁਝ ਗੱਲਾਂ ਦੇ ਵਿੱਚ ਮੈਨੂੰ ਖਾਮੀਆਂ ਨਜ਼ਰ ਆਉਂਦੀਆਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ। ਉਹਨਾਂ ਦਾ ਬੰਨ੍ਹਣ ਦੀ ਲੋੜ ਹੈ ਤਾਂ ਜੋ ਇਹਨਾਂ ਨੇ ਮੁਹਿੰਮ ਵਿੱਢੀ ਹੋਈ ਹੈ ਉਹ ਅਲਟੀਮੇਟਲੀ ਜਾ ਕੇ ਕਰਪਟ ਬੰਦੇ ਜਿਹੜੇ ਨੇ ਉਹ ਹਾਲ ਅਪ ਕੀਤੇ ਜਾਣ, ਉਹਨਾਂ ਨੂੰ ਕੋਰਟਸ ਦੇ ਦੁਆਰਾ ਸਜ਼ਾਵਾਂ ਦਿੱਤੀਆਂ ਜਾਣ ਔਰ ਸਰਕਾਰੀ ਜਿਹੜੀ ਪੈਸੇ ਦੀ ਲੁੱਟ ਹੋਈ ਹੈ ਉਹ ਮੁੜ ਕੇ ਸਰਕਾਰੀ ਖਜ਼ਾਨੇ ਵਿੱਚ ਆਇਆ ਜਾਏ। ਜੇ ਇਹ ਕਰ ਦੇਣਗੇ ਤੇ ਮੇਰਾ ਇਹਨਾਂ ਨੂੰ ਸੈਲੂਟ ਹੋਏਗਾ। ਮੈਂ ਸਮਝਦਾ ਕਿ ਇਸ ਸਰਕਾਰ ਨੇ ਆਪਣਾ ਫਰਜ਼ ਅਦਾ ਕਰ ਲਿਆ, ਪਰ ਇਹਦੇ ਵਿੱਚ ਅਜੇ ਜਿਹਨੂੰ ਆਪ ਕਹਿੰਦੇ ਨੇ ਇਫਸ ਐਂਡ ਬਟਸ ਉਹ ਨਜ਼ਰ ਆ ਰਹੀਆਂ ਨੇ ਆਪਣੇ ਸਾਹਮਣੇ ਹੀ, ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ। ਅਦਰਵਾਈਜ਼ ਮੁਹਿੰਮ ਦੇ ਤੌਰ ਤੇ ਬਿਲਕੁਲ ਠੀਕ ਹੈ। ਔਰ ਜਦੋਂ ਅਸੀਂ ਸਰਕਾਰੀ ਏਜੰਸੀਜ਼ ਦੀ ਆਪਾਂ ਉਹਨਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ, ਜਿਸ ਤਰ੍ਹਾਂ ਬਾਜਵਾ ਸਾਹਿਬ ਨੇ ਜ਼ਿਕਰ ਕੀਤਾ ਨਾ ਕਿ CBI ਤੁਹਾਡੇ ਵੱਲੋਂ ਆ ਰਹੀ ਹੈ, ਤੇ ਇਹ ਤਾਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ। ਜੇ ਅਸੀਂ ਸੁਚੇਤ ਨਹੀਂ ਹੋਵਾਂਗੇ ਤੇ ਫੈਡਰਲ ਢਾਂਚੇ ਦੀਆਂ ਆਪਾਂ ਆਧਾਰ ਕਮਜ਼ੋਰ ਕਰ ਰਹੇ ਹੋਵਾਂਗੇ। ਅਸੀਂ ਹੁਣ ਆਪ ਦੀ ਵਿਰੋਧਤਾ ਕਰਦੇ ਇਹ ਨਾ ਕਿਤੇ ਹੋਵੇ ਕਿ ਅਸੀਂ ਗਵਰਨਰ ਨੂੰ ਜ਼ਿਆਦਾ ਮਜ਼ਬੂਤ ਕਰ ਦਈਏ, ਗਵਰਨਰ ਦੀਆਂ ਤਾਕਤਾਂ ਦੀ ਪ੍ਰੋੜਤਾ ਸ਼ੁਰੂ ਕਰ ਦਈਏ, ਕੇਂਦਰੀ ਏਜੰਸੀਜ਼ ਦੀ ਪ੍ਰੋੜਤਾ ਸ਼ੁਰੂ ਕਰ ਦਈਏ। ਜਦੋਂ ਅਸੀਂ ਕਰਾਂਗੇ ਤੇ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਬੇਸਿਕ ਢਾਂਚਾ ਹੈ ਹਿੰਦੁਸਤਾਨ ਦੇ ਪ੍ਰਬੰਧਨ ਦਾ, ਐਡਮਿਨਿਸਟ੍ਰੇਸ਼ਨ ਦਾ, ਉੱਤੇ ਹੀ ਸਵਾਲੀਆ ਫਿਕਰੇ ਲੱਗਣਗੇ ਤੇ ਸਾਡੇ ਹਿੱਤ ਵਿੱਚ ਇਹ ਸੁਖਵਿੰਦਰ ਜੀ ਨਹੀਂ ਹੋਏਗਾ ਜੀ। ਪਿਛਲੇ ਦਿਨੀ ਇੱਕ ਚਿੱਠੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਹੋਰਾਂ ਨੇ ਲਿਖੀ। ਉਹਦਾ ਇੱਕ ਬਹੁਤ ਅਹਿਮ ਉਹਦੇ ਵਿੱਚ ਜੋ ਉਹਨਾਂ ਨੇ ਜ਼ਿਕਰ ਕੀਤਾ ਕਿ ਸਰਕਾਰੀ ਸਕੂਲਾਂ ਦਾ ਮਿਆਰ ਜਾਂ ਸਿੱਖਿਆ ਦਾ ਜਾਂ ਉਹ ਸਕੂਲਾਂ ਦੇ ਵਿੱਚ ਕਿਤਾਬਾਂ ਦਾ ਪਹੁੰਚਣ ਦਾ ਵੀ ਜ਼ਿਕਰ ਹੁਣ ਟਵੀਟ ਮੈਂ ਪੜ੍ਹ ਰਿਹਾ ਸੀਗਾ ਕਿ ਦੇਖੋ ਐਡਮਿਸ਼ਨ ਹੋਣ ਤੋਂ ਪਹਿਲਾਂ ਹੀ ਅਸੀਂ ਜਿਹੜਾ ਨਵੇਂ ਸੈਸ਼ਨ ਤੋਂ ਪਹਿਲਾਂ ਕਿਤਾਬਾਂ ਜਿਹੜੀਆਂ ਸਕੂਲਾਂ 'ਚ ਭੇਜ ਦਿੱਤੀਆਂ। ਚੰਗੇ ਕਦਮ ਇਹਨੂੰ ਕਿਹਾ ਜਾ ਰਿਹਾ। ਸਰਕਾਰ ਜਿੱਥੇ ਚੰਗਾ ਕਰਦੀ ਹੈ ਉਹਦੀ ਸਰਾਹਨਾ ਕਰਨੀ ਬਣਦੀ ਹੈ, ਪਰ ਉਹਨਾਂ ਨੇ ਨਾਲੋਂ ਨਾਲ ਇਹ ਵੀ ਇੱਕ ਜ਼ਿਕਰ ਕੀਤਾ ਕਿ ਅਸੀਂ ਜਿਹੜਾ ਮਿਸ਼ਨ ਇਹ ਕੰਪਲੀਟ ਕਰਨਾ ਹੈ ਕਿ ਅਸੀਂ ਸਕੂਲਾਂ ਦੇ ਵਿੱਚ, ਸਰਕਾਰੀ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਬੱਚੇ ਉੱਥੇ ਦਾਖਲਾ ਲੈਣ। ਇਸ ਅਧਿਆਪਕ ਕਿ ਤੁਸੀਂ ਹੱਲਾ ਮਾਰੋ, ਤੇ ਨਾਲੋਂ ਨਾਲ ਇਹ ਵੀ ਹੈ ਚਰਚਾ ਕਿ
ਸਰਕਾਰ ਵੱਲੋਂ ਇੱਕ ਕਮੇਟੀ ਵੀ ਬਣਾ ਦਿੱਤੀ ਗਈ ਹੈ ਕਿ ਅਧਿਆਪਕਾਂ ਤੋਂ ਜਾਂ ਪ੍ਰਿੰਸੀਪਲਾਂ ਤੋਂ, ਮਤਲਬ ਕਿ ਸਕੂਲ ਦਾ ਜਿਹੜਾ ਸਟਾਫ ਹੈ ਉਹਦੇ ਤੋਂ ਕੋਈ ਹੋਰ ਕੰਮ ਨਹੀਂ ਲਿਆ ਜਾਏਗਾ। ਸਿਰਫ ਜਿਨ੍ਹਾਂ ਦਾ ਪੜ੍ਹਾਈ ਦਾ ਕੰਮ ਪੜ੍ਹਾਉਣਗੇ ਜਾਂ ਹੋਰ ਜਿਹੜਾ ਸਟਾਫ ਦਾ ਜਿਸ ਤਰੀਕੇ ਦਾ ਕੰਮ ਹੈ ਉਹ ਜ਼ਿੰਮੇਵਾਰੀ ਉਹਨਾਂ ਦੇ ਸਿਰ ਤੇ ਉਸ ਤਰੀਕੇ ਨਾਲ ਰਹੇਗੀ। ਇਹ ਕਹਿੰਦੇ ਇੱਕ ਚੰਗਾ ਫੈਸਲਾ ਹੈ। ਪਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇੱਕ ਬੇਨਤੀ ਦੇ ਤੌਰ ਦੇ ਉੱਤੇ ਕਿ ਸਰਕਾਰੀ ਅਧਿਆਪਕ ਕੋਸ਼ਿਸ਼ ਕਰਨ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਸਰਕਾਰੀ ਸਕੂਲਾਂ 'ਚ ਪੜ੍ਹਨ। ਇਹਦੇ ਲਈ ਸਰਕਾਰ ਕੀ ਕੋਈ ਹੁਕਮ ਜਾਰੀ ਜਾਂ ਕਿਸੇ ਢੰਗ ਦੇ ਨਾਲ ਇਸ ਤਰੀਕੇ ਦੇ ਨਾਲ ਸਕੂਲਾਂ ਦੀ ਦਿੱਖ ਬਣਾਈ ਜਾਵੇ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਹੀ ਕਿਉਂ, ਮੰਤਰੀਆਂ ਦੇ ਬੱਚੇ ਵੀ ਉੱਥੇ ਸਰਕਾਰੀ ਸਕੂਲਾਂ 'ਚ ਲੱਗਣ, ਵਿਧਾਇਕਾਂ ਦੇ ਬੱਚੇ ਵੀ ਲੱਗਣ, ਪੰਜਾਬ ਦੀ ਅਫਸਰਸ਼ਾਹੀ ਦੇ ਬੱਚੇ ਵੀ ਲੱਗਣ। ਜਿੱਥੋਂ ਤੱਕ ਜਿਵੇਂ ਪਹਿਲਾਂ ਇੱਕ ਵਾਰੀ ਚਰਚਾ ਰਹੀ ਸੀ ਕਿ ਜੱਜਾਂ ਨੇ ਵੀ ਇਹ ਗੱਲ ਕਹਿ ਦਿੱਤੀ ਸੀਗੀ ਮਾਣਯੋਗ ਅਦਾਲਤ ਨੇ ਕਿ ਉਹ ਵੀ ਆਪਣੇ ਬੱਚਿਆਂ ਨੂੰ ਇੱਧਰ IAS PCS ਉਹ ਵੀ ਲਾਉਣ ਬੱਚਿਆਂ ਨੂੰ। ਕਿਉਂ ਨਹੀਂ ਲਾਉਂਦੇ ਸਰਕਾਰ? ਕਿਉਂਕਿ ਸਾਰਾ ਢਾਂਚਾ ਹੁਣ ਲੱਖਾਂ ਮੁਲਾਜ਼ਮ ਜਿਹੜੇ ਨੇ ਉਹ ਸਰਕਾਰ ਦੇ ਨੇ ਹੇਠਾਂ ਲੈ ਕੇ ਉੱਪਰ ਤੱਕ, ਤੇ ਉਹਨਾਂ ਦੇ ਬੱਚੇ ਜੇ ਕਿਤੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨ ਲੱਗ ਜਾਣ ਤੇ ਆਪਣੇ ਆਪ ਲੋਕਾਂ ਵਿੱਚ ਯਕੀਨ ਬਣੇਗਾ। ਜਾਂ ਫਿਰ ਇਹ ਕੋਈ ਨੈਕਸਸ ਹੈ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਕੋਈ ਨੈਕਸਸ ਚੱਲਦਾ ਹੈ ਅੰਦਰ ਖਾਤੇ ਕਿ ਉਹਨਾਂ ਦਾ ਫਾਇਦਾ ਕਿੱਦਾਂ ਕਰਨਾ ਹੈ? ਸੁਖਵਿੰਦਰ ਜੀ, ਇਹਦੇ ਨਾ ਇਹ ਕੁਝ ਗੱਲਾਂ ਜਿਹੜੀਆਂ ਨਾ ਉਹ ਜਿਹੜੀਆਂ ਕੀਤੀਆਂ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ, ਉਹ ਮੈਂ ਸਮਝਦਾ ਕਿ ਉਹਦੀ ਭਾਵਨਾ ਬਿਲਕੁਲ ਠੀਕ ਹੈ ਔਰ ਜਿਸ ਕਿਸਮ ਦੇ ਉਹਨਾਂ ਨੇ ਨੀਤੀਗਤ ਨਿਰਣੇ ਕੀਤੇ ਉਹ ਵੀ ਆਪਾਂ ਨੂੰ ਐਪਰੀਸ਼ੀਏਟ ਕਰਨੇ ਚਾਹੀਦੇ। ਜਿਸ ਤਰ੍ਹਾਂ ਤੁਸੀਂ ਕਰ ਰਹੇ ਸੀਗੇ ਕਿ ਪੁਸਤਕਾਂ ਵੇਲੇ ਚਿਰ ਸਕੂਲਾਂ ਨੂੰ ਪਹੁੰਚਾਉਣੀਆਂ, ਉਹ ਠੀਕ ਗੱਲ ਹੈ। ਤੇ ਨਾਲ ਦੀ ਨਾਲ ਇਹ ਮੰਗ ਕਰਨੀ ਚੀਫ ਸੈਕਟਰੀ ਸਾਹਿਬ ਨੂੰ ਕਿ ਇਹਨਾਂ ਨੂੰ ਕੋਈ ਵੀ ਅਜਿਹੀ ਡਿਊਟੀ ਨਾ ਸੌਂਪੀ ਜਾਏ ਜਿਹੜੀ ਕਿ ਅਧਿਆਪਨ ਨਾਲ ਸੰਬੰਧਿਤ ਨਾ ਹੋਵੇ। ਗੈਰ ਅਧਿਆਪਨ ਕਾਰਜ ਨਾ ਦੱਸੇ। ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਗੈਰ ਅਧਿਆਪਨ ਕਾਰਜ ਕਾਫੀ ਉਹ ਸਕੂਲ ਅਧਿਆਪਕ ਸਾਹਿਬਾਨ ਨੂੰ ਸੌਂਪੇ ਜਾਂਦੇ ਆ ਜਿਹਦੇ ਨਾਲ ਉਹ ਅਧਿਆਪਨ ਦਾ ਕੰਮ ਸਫਰ ਕਰਦਾ ਹੈ। ਇਹ ਗੱਲਾਂ ਬਿਲਕੁਲ ਠੀਕ ਆ ਉਹਨਾਂ ਦੀਆਂ। ਪਰ ਜਿਸ ਤਰ੍ਹਾਂ ਤੁਹਾਨੂੰ ਯਾਦ ਹੋਣਾ ਕਿ ਆਪਾਂ ਇੱਕ ਵਾਰ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ ਕਿ ਇਹ ਦੋ ਕੁ ਨੁਕਤੇ ਇਹਦੇ ਵਿੱਚ ਹੈਗੇ ਆ ਜਿਨ੍ਹਾਂ ਦਾ ਹੱਲ ਹੈ ਨਹੀਂ ਗਾ। ਪ੍ਰਾਈਵੇਟ ਸਕੂਲ ਔਰ ਸਰਕਾਰੀ ਸਕੂਲਾਂ ਦਾ ਤੇ ਉਹਨਾਂ ਦੀ ਇਹ ਕਿ ਅਧਿਆਪਕ ਸਾਹਿਬਾਨ ਆਪਣੇ ਬੱਚਿਆਂ ਨੂੰ ਆਪਣੇ ਸਕੂਲਾਂ ਵਿੱਚ ਦਾਖਲ ਕਰਨ, ਸਰਕਾਰੀ ਸਕੂਲਾਂ ਵਿੱਚ ਦਾਖਲ ਕਰਨ। ਇਹਦੇ 'ਚ ਦੋ ਸਮੱਸਿਆਵਾਂ ਨੇ ਜਿਸ ਦਾ ਜ਼ਿਕਰ ਤੁਸੀਂ ਵੀ ਕਰ ਰਹੇ ਸੀਗੇ। ਪਹਿਲੀ ਗੱਲ ਤੇ ਇਹ ਹੈ ਕਿ ਸਾਨੂੰ ਇੱਕ ਜਾਂ ਤੇ ਮਾਡਲ ਉਹ ਅਡਾਪਟ ਕਰਨਾ ਚਾਹੀਦਾ ਜੋ ਵੈਸਟ ਦੇ ਵਿੱਚ ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਵੱਖ-ਵੱਖ ਮਹੱਲਿਆਂ ਦੇ ਜਿਹੜੇ ਸਰਕਾਰੀ ਸਕੂਲ ਉੱਥੇ ਹਨ ਨਾ ਜੀ, ਪਬਲਿਕ ਸਕੂਲ ਜਿਹੜੇ ਉਹਨਾਂ ਦੇ ਵਿੱਚ ਹੈ, ਉਸ ਏਰੀਏ ਦੇ ਵਿੱਚ ਰਹਿਣ ਵਾਲੇ ਸਾਰੇ ਬੱਚਿਆਂ ਨੂੰ ਦਾਖਲਾ ਉੱਥੇ ਹੀ ਲੈਣਾ ਪੈਂਦਾ। ਚੋਇਸ ਨਹੀਂ ਹੈ ਕਿ ਤੁਸੀਂ ਇਸ ਮਹੱਲੇ ਦਾ ਸਕੂਲ ਛੱਡ ਕੇ ਤੇ ਦੂਸਰੇ ਪਾਸੇ ਚਲੇ ਜਾਓ ਕਿਉਂਕਿ ਉਹ ਬੈਟਰ ਹੈ। ਉਹ ਸਾਰੇ ਸਕੂਲਾਂ ਨੂੰ ਇਕਸਾਰ ਕਿਸਮ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਔਰ ਉਹ ਵੱਖ-ਵੱਖ ਏਰੀਆਜ਼ ਦੀਆਂ ਜਿਹੜੀਆਂ ਇਹ ਐਜੂਕੇਸ਼ਨਲ ਲੋੜਾਂ ਹੈਗੀਆਂ ਉਹਨਾਂ ਨੂੰ ਪੂਰਾ ਕਰਨ ਵਾਸਤੇ ਸਕੂਲ ਸਥਾਪਿਤ ਕੀਤੇ ਜਾਂਦੇ। ਜਿਹੋ ਜਿਹੇ ਸਕੂਲ ਉੱਥੇ ਹੁੰਦੇ ਆ ਉਹਨੂੰ ਆਪਾਂ ਨੂੰ ਪਤਾ ਹੈ ਕਿ ਪ੍ਰਾਇਮਰੀ ਸਕੂਲ ਇੰਨੇ ਏਰੀਏ ਵਿੱਚ ਹੋਣਾ ਤੇ ਸੈਕੰਡਰੀ ਸਕੂਲ ਇੰਨੇ ਏਰੀਏ ਵਿੱਚ ਹੋਣਾ। ਉੱਥੇ ਨਾਲ ਦੀ ਨਾਲ ਉਹਨਾਂ ਨੇ ਕੀਤਾ ਹੈ ਕਿ ਇਹ ਪਬਲਿਕ ਸਕੂਲਾਂ ਦੇ ਵਿੱਚ ਸਾਰੇ ਹੀ ਇਸ ਇਲਾਕੇ ਦੇ ਬੱਚੇ ਉੱਥੇ ਹੀ ਦਾਖਲ ਲੈਣਗੇ। ਇਹ ਨਹੀਂ ਹੈ ਕਿ ਇਹਨੂੰ ਛੱਡ ਕੇ ਕਿਸੇ ਦੂਸਰੇ ਪਾਸੇ ਚਲੇ ਜਾਓ। ਸਾਡੇ ਇਹ ਨਹੀਂ ਹੈ। ਇੱਕ ਤੇ ਹੈ ਸਾਨੂੰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਇਹ ਸਾਰੇ ਬੱਚੇ ਭਲਾ ਟੀਚਰਸ ਦੇ ਬੱਚੇ ਹੀ ਕਿਉਂ ਸਰਕਾਰੀ ਸਕੂਲਾਂ ਵਿੱਚ ਜਾਣ। ਉਸ ਏਰੀਏ ਵਿੱਚ ਰਹਿਣ ਵਾਲੇ ਸਾਰੇ ਹੀ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਕਿਉਂ ਨਾ ਜਾਣ। ਸਾਰੇ ਹੀ ਅਫਸਰਾਂ ਦੇ ਬੱਚੇ ਉਹਦੇ ਵਿੱਚ ਦਾਖਲ ਕਿਉਂ, ਸਾਰੇ ਹੀ ਜੁਡੀਸ਼ਰੀ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਬੱਚੇ ਨੇ ਉਹ ਕਿਉਂ ਨਾ ਜਾਣ। ਸੋ ਇਸ ਕਰਕੇ ਜੇ ਉਹ ਆਪਾਂ ਸਿਰਫ ਇਹਨੂੰ ਅਧਿਆਪਕਾਂ ਤੱਕ ਸੀਮਿਤ ਕਰਦੇ ਆ ਨਾ ਤੇ ਇਹ ਗੱਲ ਉਚਿਤ ਨਹੀਂ ਲੱਗਦੀ। ਅਸੀਂ ਇਹਨੂੰ ਲੌਪਸਾਈਡਡ ਜੀ ਅਪਰੋਚ ਕਹਿੰਦੇ ਆ ਤੇ ਅੰਦਰ ਖਾਤੇ ਯਾਨੀ ਕਿ ਕੋਈ ਕਨਵਿੰਸ ਨਹੀਂ ਹੁੰਦੇ ਅਸੀਂ। ਫਿਰ ਉਹਦੇ ਵਿੱਚ ਇਹ ਹੈ ਕਿ ਸਵਾਲੀਆ ਫਿਕਰਾ ਇਹ ਮਨ 'ਚ ਪਿਆ ਹੁੰਦਾ ਕਿ ਸ਼ਾਇਦ ਸਰਕਾਰੀ ਸਕੂਲਾਂ ਦਾ ਮਿਆਰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦਾ ਨਹੀਂ ਹੈ ਔਰ ਇਹ ਮੰਨਣ 'ਚ ਕੋਈ ਹਰਜ਼ ਨਹੀਂ ਹੈ। ਸੁਖਵਿੰਦਰ ਜੀ, ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀ ਉਹਦੇ ਕਈ ਕਾਰਨ ਹੈਗੇ ਆ ਕਿ ਸਰਕਾਰੀ ਸਕੂਲਾਂ ਨਾਲੋਂ ਕੁਝ ਕੁ ਸਰਕਾਰੀ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਨਾਲੋਂ ਪ੍ਰਾਈਵੇਟ ਸਕੂਲਾਂ ਦਾ ਪ੍ਰਬੰਧਨ ਨਿੱਜੀ ਹੁੰਦਾ ਹੈ। ਇੱਥੇ ਜ਼ਿੰਮੇਵਾਰੀ ਜਿਹਨੂੰ ਆਪਾਂ ਕਹੀ ਨਾ ਸਰਕਾਰੀ ਤੰਤਰ ਦੇ ਵਿੱਚ ਉਸ ਤਰ੍ਹਾਂ ਦੀ ਫੌਰੀ ਜ਼ਿੰਮੇਵਾਰੀ ਨਹੀਂ ਹੁੰਦੀ
ਐਡਮਿਨਿਸਟ੍ਰੇਸ਼ਨ ਪ੍ਰਾਈਵੇਟ ਸਕੂਲ ਦੀ ਤਾਂ ਉੱਥੇ ਹੀ ਬੈਠੀ ਹੁੰਦੀ ਹੈ ਨਾ, ਤੇ ਉਹ ਪਲ ਪਲ ਦੀ ਤੁਹਾਡੇ ਉੱਪਰ ਨਿਗਰਾਨੀ ਕਰ ਰਹੀ ਹੋਈ ਹੈ, ਤੇ ਨਾਲ ਦੀ ਨਾਲ ਹੀ ਤੁਹਾਨੂੰ ਉਹਦੀ ਜਵਾਬਦੇਹੀ ਸਥਾਪਿਤ ਹੁੰਦੀ ਹੈ। ਸਰਕਾਰੀ ਤੰਤਰ ਵਿੱਚ ਇਸ ਤਰ੍ਹਾਂ ਦੀ ਜਵਾਬਦੇਹੀ ਜਿਹੜੀ ਹੈ ਨਾ ਜੀ, ਉਹ ਇੰਸਟੀਟਿਊਸ਼ਨਲਾਈਜ਼ ਨਹੀਂ ਹੋ ਸਕਦੀ। ਜਿਹਨੂੰ ਆਪਾਂ ਕਹੀਏ ਕਿ ਇਹ ਕੁਝ ਇੰਸਟੀਟਿਊਸ਼ਨਲ ਪ੍ਰੋਬਲਮ ਹੁੰਦੀ ਹੈ, ਉਹਦੇ ਵਿੱਚ ਨਿਹਿਤ ਹੁੰਦੀਆਂ ਸਮੱਸਿਆਵਾਂ, ਇਨਹੈਰੈਂਟ ਹੈ ਜਿਸ ਕਿਸਮ ਦਾ ਸਿਸਟਮ ਅਸੀਂ ਅਡਾਪਟ ਕਰਦੇ ਹਾਂ। ਦੂਸਰੀ ਗੱਲ ਇਹ ਹੈ, ਤੁਸੀਂ ਦੇਖੋ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਕਿਤੇ ਵੈਕੈਂਸੀ ਕੋਈ ਹੋ ਜਾਂਦੀ, ਇਹਦਾ ਜ਼ਿਕਰ ਆਪਾਂ ਅੱਗੇ ਵੀ ਕੀਤਾ ਸੀ, ਚਾਹੇ ਅਧਿਆਪਕ ਪ੍ਰਸੂਤਾ ਛੁੱਟੀ ਤੇ ਜਾਏ, ਚਾਹੇ ਹੋਰ ਬਿਮਾਰੀ ਦੇ ਕਾਰਨ ਤੇ ਕੋਈ ਹੋਰ ਟੀਚਰ ਜਾਏ, ਜਿੱਥੇ ਕਿਤੇ ਵੈਕੈਂਸੀ ਹੋ ਜਾਂਦੀ ਹੈ ਉਹਦੀ ਛੇਤੀ ਕਿਤੇ ਪੂਰਤੀ ਨਹੀਂ ਹੁੰਦੀ ਸੁਖਵਿੰਦਰ ਜੀ। ਔਰ ਖਾਸ ਕਰਕੇ ਜਦੋਂ ਪੂਰਤੀ ਨਹੀਂ ਹੁੰਦੀ ਔਰ ਕਰੂਸ਼ੀਅਲ ਮੌਕੇ ਤੇ ਪੂਰਤੀ ਨਹੀਂ ਹੁੰਦੀ, ਤੇ ਉਦੋਂ ਉਹ ਬੱਚਿਆਂ ਦਾ ਬਹੁਤ ਨੁਕਸਾਨ ਬਹੁਤ ਹੁੰਦਾ। ਪ੍ਰਾਈਵੇਟ ਸਕੂਲਾਂ 'ਚ ਇਹੀ ਗੱਲ ਨਹੀਂ ਹੁੰਦੀ, ਉਹ ਤੇ ਇੱਕ ਦਿਨ ਵੀ ਜਿਹੜਾ ਜੇ ਅਧਿਆਪਕ ਗੈਰ ਹਾਜ਼ਰ ਹੈ ਨਾ ਜੀ, ਉਹਦੇ ਨਾਲ ਦੀ ਨਾਲ ਪੂਰਤੀ ਕਰ ਲੈਂਦੇ ਨੇ, ਚਾਹੇ ਅਡਹੌਕ ਅਰੇਂਜਮੈਂਟ ਜੋ ਕਰ ਲਿਆ ਜਾਵੇ। ਸੋ ਇਹ ਮੈਂ ਤਾਂ ਜ਼ਿਕਰ ਕਰ ਰਿਹਾ ਹਾਂ ਸੁਖਵਿੰਦਰ ਜੀ, ਕੁਝ ਗੱਲਾਂ ਸਟਰਕਚਰਲ ਹੁੰਦੀਆਂ ਨੇ, ਢਾਂਚਾਗਤ ਜਿਸ ਨੂੰ ਆਪਾਂ ਕਹਿੰਦੇ, ਉਹਦੇ ਵਿੱਚ ਨਿਹਿਤ ਹੁੰਦੀਆਂ ਨੇ ਪ੍ਰੋਬਲਮ, ਤੇ ਉਹਨਾਂ ਦਾ ਹੱਲ ਜਿਹੜੀ ਹੈ ਤਨਦੇਹੀ ਨਾਲ ਜੇ ਕਰਨਾ ਹੈ, ਸੁਹਿਰਦ ਹੋ ਕੇ ਕਰਨਾ ਹੈ ਨਾ, ਤੇ ਫਿਰ ਸਾਨੂੰ ਉਹ ਅਪਰੋਚ ਅਡਾਪਟ ਕਰਨੀ ਚਾਹੀਦੀ ਜਿਹੜੀ ਕਾਰਗਰ ਸਾਬਤ ਹੋਏ। ਉਹ ਸਿਰਫ ਅਧਿਆਪਕਾਂ ਤੱਕ ਸੀਮਤ ਨਾ ਕਰੋ। ਫਿਰ ਉਹ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ ਕਿ ਸਾਰੇ ਹੀ ਬੱਚੇ ਉੱਥੇ ਦਾਖਲ ਹੋਣ, ਸਾਰਿਆਂ ਦਾ ਸਟੈਂਡਰਡ ਇਕਸਾਰ ਹੋ ਜਾਏਗਾ ਨਾ ਜੇ ਸਰਕਾਰੀ ਪਬਲਿਕ ਸਕੂਲਾਂ ਦਾ, ਤੇ ਫਿਰ ਪ੍ਰਾਈਵੇਟ ਸਕੂਲਾਂ 'ਚ ਕੌਣ ਭੇਜੇਗਾ ਜੀ? ਇੰਨੇ ਵਾਧੂ ਪੈਸੇ ਕੌਣ ਖਰਚੇਗਾ? ਅਸੀਂ ਤਾਂ ਹੀ ਉੱਥੇ ਜਾਂਦੇ ਹਾਂ ਨਾ ਜੀ, ਕਿ ਸਾਨੂੰ ਉਹਦੇ ਉੱਥੇ ਬਿਹਤਰ ਜਿਹੜਾ ਮਾਹੌਲ ਮਿਲਦਾ ਹੈ, ਬਿਹਤਰ ਐਜੂਕੇਸ਼ਨ ਮਿਲਦੀ ਹੈ, ਬਿਹਤਰ ਇਨਫਰਾਸਟਰਕਚਰ ਮਿਲਦਾ ਹੈ। ਤੇ ਜੇ ਅਸੀਂ ਇਨਫਰਾਸਟਰਕਚਰ ਬੈਟਰ ਕਰ ਲਈਏ ਸੁਖਵਿੰਦਰ ਜੀ, ਤੇ ਭਲਾ ਕੌਣ ਕਮਲਾ ਜਿਹੜਾ ਆਪਣੇ ਬੱਚੇ ਨੂੰ ਉਹ ਕਿਸੇ ਸਰਕਾਰੀ ਸਕੂਲ ਨੂੰ ਛੱਡ ਕੇ ਦੂਰ ਦੇ ਪ੍ਰਾਈਵੇਟ ਸਕੂਲ 'ਚ ਜਾਏ, ਪੈਸਾ ਵੀ ਵਾਧੂ ਖਰਚੇ, ਸਮੱਸਿਆ ਵੀ ਬੱਚੇ ਦੀ ਹੋਵੇ, ਪਹਿਲਾਂ ਛੱਡਣ ਜਾਓ, ਕਾਰਾਂ ਬੱਸਾਂ ਤੇ ਛੱਡਣ ਦੀ ਪ੍ਰੋਬਲਮ ਹੋ ਜਾਂਦੀ ਹੈ। ਤਾਂ ਇਹ ਸਮੱਸਿਆ ਇਸ ਤਰ੍ਹਾਂ ਦੀ, ਇਹਨੂੰ ਏਦਾਂ ਸਮਝਣ ਦੀ ਲੋੜ ਹੈ। ਇਹਨਾਂ ਪੀਸ ਮੀਲ ਜਿਹੜੀਆਂ ਨਾ ਉਹਦੇ ਨਾਲ ਇਹਦਾ ਹੱਲ ਸੁਖਵਿੰਦਰ ਜੀ ਹੋਣ ਦੀ ਸੰਭਾਵਨਾ ਮੈਨੂੰ ਨਜ਼ਰ ਨਹੀਂ ਆਉਂਦੀ ਜੀ। ਸ਼ੁਕਰੀਆ ਡਾਕਟਰ ਸਾਹਿਬ, ਧੰਨਵਾਦ ਤੁਹਾਡਾ।